मानक भगत वैराग। श्री गुरु ग्रंथ साहिब उदद बंदों कर अनु। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ सिर चरणन पर तार। एक ओंकार सतगुरु ते प्रसाद सच होय। वाहिगुरु जी की फतेह बिघन विनाशन सोय। सतनाम श्री वाहिगुरु साहिब जी। एक सिख जड़िया साईं दास। कर गुर नमो बैठ कर पास। एक सिख जड़िया साईं दास। बहुत बहुत वड्डियां भागां वाले हो जिन्हां नूं दसां पातशाहियां दे पावन प्रतख सरूप तख्त टबर छत्र दे मालक सतगुरु धन धन सतगुरु श्री गुरु ग्रंथ साहिब सच्चे पातशाह महाराज जी की पावन परम पवित्र हजूरी विखे जुड़ करके जून 1984 के घल्लू घारे के तीसरे शहीदी समागम के अंदर सतगुरां नूं नतमस्तक होण तो उपरंत सत संगत करन दा मनुखा जीवन दीयां घड़ियां नूं सफल करन दा श्रेष्ठ सुभागा समा प्राप्त हो रहा है। आप संगतां ने सचखंड श्री हरमंदर साहिब जी दे हजूरी रागी जथे भाई साहब भाई जुझार सिंह जी दे जथे तो गुरबाणी दा बहुत ही भाई साहब शब्द का उच्चारण कर रहे सन। जा को हर रंग लागू इस युग में है सो कहियत है सूरा। कल युग दे विच हरी का रंग लगना ये हर एक दे बस की गल नहीं। हरी नाम वाहिगुरु परमेश्वर अकाल पुरख दा है जो हर एक नूं हरे भरे करन वाला है। हर एक दे हिरदियां नूं भी हरियां भरियां कर देण वाला है। शुभ गुणा शांति धीरज दैवी गुणा दे नाल उस वाहिगुरु परमेश्वर दे दर दा जिन्हां नूं प्रेम लग जाए भाव प्रेम दा रंग चढ़ जाए वो सूरमे हन कल युग दे अंदर। जिन्हों परमेश्वर दे दर दा रंग लग जांदा है वो फिर मौत तो निरभै हो जाता है। निरभव जपै सगल भव मिटै। मूल मंत्र दे विच वाहिगुरु परमेश्वर दे गुणां दा एक गुण निरभव शब्द आया है कि अकाल पुरख वाहिगुरु निरभव है जिन्हों किसी का भी डर भै नहीं है बल्कि जिस दे भै दे सहित सारा संसार सारी सृष्टि करोड़ां ही खंडां ब्रह्मंडां दा पसारा चल रहा है। इस करके उस ऐसे निरभव स्वरूप वाहिगुरु परमेश्वर अकाल पुरख दा जिहड़े जाप करते है क्योंकि जाप बिना सिमरन बिना वाहिगुरु परमेश्वर की भगती का रंग नहीं लगता है। अभ्यासी जन गुरमुखां नूं इस गल की ज्ञात है कि मन उत्ते बड़े तरह के साडे रंग लगे हुए है। संसार के पदार्थों की खिच का रंग भी चढ़िया होया है
ਦੁਨੀਆ ਦੀ ਮਾਣ ਵਡਿਆਈ ਜਸ ਪ੍ਰਾਪਤ ਕਰਨ ਦੇ ਵੀ ਰੰਗ ਲੱਗੇ ਹੋਏ ਹਨ, ਪਦਵੀਆਂ ਦੇ ਵੀ ਰੰਗ ਲੱਗੇ ਹੋਏ ਹੈ, ਔਰ ਲੋਭ ਲਾਲਚ ਦੇ ਰੰਗ ਵੀ ਲੱਗੇ ਹੋਏ ਹੈ, ਮੋਹ ਆਦਿਕ ਦੇ ਰੰਗ ਵੀ ਲੱਗੇ ਹੋਏ ਹੈ। ਪਰ ਇਹ ਕੱਚੇ ਰੰਗ ਹਨ। ਕੱਚਾ ਰੰਗ ਕੁਸੁੰਭ ਕਾ ਥੋੜੜਿਆ ਦਿਨ ਚਾਰ ਜੀਓ। ਭਗਤੀ ਦਾ ਪੱਕਾ ਰੰਗ ਹੈ। ਲਾਲ ਰੰਗ ਤਿਸ ਕੋ ਲੱਗਾ, ਦਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵਈ ਨਹ ਲਾਗੈ ਦਾਗਾ। ਭਗਤੀ ਦਾ ਪੱਕਾ ਲਾਲ ਰੰਗ ਜਿਨ੍ਹਾਂ ਨੂੰ ਚੜ੍ਹ ਗਿਆ, ਉਹਨਾਂ ਦੀ ਅਵਸਥਾ ਕੀ ਹੈ ਕਿ ਉਹਨਾਂ ਦਾ ਮਨ ਵਿਕਾਰਾਂ ਦੀ ਮੈਲ ਦੇ ਵਿੱਚ ਕਦੇ ਮੈਲਾ ਨਹੀਂ ਹੁੰਦਾ, ਔਰ ਕਲੰਕਾਂ ਦੇ ਉਹਨਾਂ ਨੂੰ ਕਦੇ ਵਾਸਤੇ ਦਾਗ ਨਹੀਂ ਲੱਗਦੇ ਹਨ, ਔਰ ਉਹ ਮੌਤ ਤੋਂ ਨਿਰਭੈ ਹੋ ਜਾਂਦੇ ਹੈ। ਕਿਸੇ ਦਾ ਵੀ ਡਰ ਭੈ ਉਹਨਾਂ ਨੂੰ ਕਦੇ ਵਾਸਤੇ ਵੀ ਨਹੀਂ ਵਿਆਪਦਾ, ਨਹੀਂ ਲੱਗਦਾ ਹੈ। ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ 1 ਜੂਨ ਤੋਂ ਪਹਿਲਾਂ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਿੰਦੁਸਤਾਨ ਦੀ ਜ਼ਾਲਮ ਫੌਜ ਨੇ ਘੇਰਾਬੰਦੀ ਕਰਨ ਦੀ ਤਿਆਰੀ ਕੀਤੀ ਹੋਈ ਸੀ, ਉਦੋਂ ਫਿਰ ਸਿੰਘਾਂ ਨੇ ਕਿਸੇ ਗੁਰਮੁਖ ਨੇ ਪੁੱਛਿਆ ਸੀ ਕਿ ਮਹਾਂਪੁਰਖੋ ਤੁਹਾਨੂੰ ਕਿ ਜ਼ਾਲਮ ਸਰਕਾਰ ਨੇ ਬੜੀ ਭਿਆਨਕ ਤਬਾਹੀ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ 'ਤੇ ਮਚਾਉਣੀ ਹੈ, ਔਰ ਐਡੇ ਵੱਡੇ ਜੁਰਮਾਨਿਆਂ ਦਾ ਮੁਕਾਬਲਾ ਸਾਡੇ ਮਨ ਵਿੱਚ ਕੋਈ ਡਰ ਭੈ ਨਹੀਂ ਆਉਂਦਾ, ਆਓਗੇ ਰੁਕ ਪਾਓਗੇ, ਉਹਨਾਂ ਦੇ ਹਮਲੇ ਦੇ ਸਾਹਮਣੇ ਖੜੋ ਸਕੋਗੇ। ਤਾਂ ਉਦੋਂ ਮਹਾਂਪੁਰਖਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਆਪਣੇ ਹੱਥ ਦਾ ਇਸ਼ਾਰਾ ਕਰਕੇ ਸਿੰਘ ਨੂੰ ਜਵਾਬ ਦਿੱਤਾ ਸੀ ਕਿ ਸਤਿਗੁਰੂ ਜੀ ਦੀ ਗੁਰਬਾਣੀ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਆਪਣੇ ਹੱਥ ਦਾ ਇਸ਼ਾਰਾ ਕਰਕੇ ਸਿੰਘ ਨੂੰ ਜਵਾਬ ਦਿੱਤਾ ਸੀ ਕਿ ਸਤਿਗੁਰੂ ਜੀ ਦੀ ਗੁਰਬਾਣੀ ਦੀ ਸ਼ਸਤਰ ਹਨ। ਕਹਿੰਦੇ ਅਸੀਂ ਥੋੜ੍ਹੀ ਜਿਹੀ ਆਪਣੇ ਵੱਲੋਂ ਗੋਲਾਬਾਰੀ ਕਰਕੇ ਵੇਖੀ ਕਿ ਅੱਗੋਂ ਜਵਾਬ ਕੀ ਮਿਲਦਾ ਹੈ। ਤਾਂ ਥੋੜ੍ਹੇ ਸਮੇਂ ਬਾਅਦ ਦੁਨਾਲੀਆਂ ਬੰਦੂਕਾਂ ਦੀਆਂ ਗੋਲੀਆਂ ਚੱਲੀਆਂ, ਔਰ ਤੁਸੀਂ ਗੁਰਸਿੱਖ ਬੰਦੇ ਹੋ। ਸਾਨੂੰ ਪਤਾ ਲੱਗਾ ਸੀ ਕਿ ਜਦੋਂ ਭਿੰਡਰਾਂ ਵਾਲਿਆਂ ਨੂੰ ਕੋਈ ਗੁਰਸਿੱਖ ਬੰਦਾ ਮਿਲਦਾ ਨਾ ਤਾਂ ਬੜੇ ਪ੍ਰਸੰਨ ਹੁੰਦੇ ਆ ਉਸ ਨੂੰ ਮਿਲ ਕੇ। ਅਸੀਂ ਇਸ ਕਰਕੇ ਸਾਦੇ ਲਿਬਾਸ ਦੇ ਵਿੱਚ 14 ਬੰਦੇ ਆਪਣੀ ਫੌਜ ਦੇ ਭੇਜੇ ਕਿ ਭਿੰਡਰਾਂ ਵਾਲਿਆਂ ਨੂੰ ਸਮਝਾਇਆ ਜਾਏ, ਜੇ ਉਹ ਨਾ ਸਮਝਣ ਤਾਂ ਉਹਨਾਂ ਨੂੰ ਦੱਸਿਆ ਜਾਏ ਕਿ ਤੁਹਾਡੇ 'ਤੇ ਛੋਟਾ ਜਿਹਾ ਹਮਲਾ ਨਹੀਂ ਹੋਣ ਵਾਲਾ, ਤੁਹਾਡੇ 'ਤੇ ਤੋਪਾਂ ਟੈਂਕਾਂ ਹਵਾਈ ਹਮਲਿਆਂ ਦੀ ਤਿਆਰੀ ਹੈ। ਔਰ ਜੇਕਰ ਕਹਿੰਦੇ ਇਸ ਗੱਲ ਤੋਂ ਵੀ ਨਾ ਮੰਨਣ, ਫਿਰ ਇੱਕ ਆਫਰ ਅਸੀਂ ਪਾਈ ਸੀ, ਇੱਕ ਪੇਸ਼ਕਸ਼ ਕੀਤੀ ਸੀ ਕਿ 200 ਕਰੋੜ 300 ਕਰੋੜ 400 ਕਰੋੜ ਜਿੰਨਾ ਰੁਪਇਆ ਚਾਹੀਦਾ ਅਸੀਂ ਦੇਣ ਨੂੰ ਤਿਆਰ ਹਾਂ, ਔਰ ਜੋ ਵੀ ਤੁਸੀਂ ਚਾਹੋਗੇ ਅਸੀਂ ਕਰ ਦਿਆਂਗੇ, ਪਰ ਤੁਸੀਂ ਹਰਿਮੰਦਰ ਸਾਹਿਬ ਤੋਂ ਹੱਥ ਖੜੇ ਕਰਕੇ ਆ ਕੇ ਗ੍ਰਿਫਤਾਰ ਹੋ ਜਾਓ। ਕਹਿੰਦੇ ਸਾਡੀ ਹੈਰਾਨੀ ਦੀ ਹੱਦ ਹੋ ਗਈ ਜਦੋਂ 14 ਬੰਦੇ ਅੰਦਰ ਉਹਨਾਂ ਦੇ ਪਾਸ ਗਏ ਤਾਂ ਕਹਿੰਦਾ ਭਿੰਡਰਾਂ ਵਾਲਿਆਂ ਦਾ ਐਸਾ ਪ੍ਰਭਾਵ ਉਹਨਾਂ ਦੇ ਉੱਤੇ ਜਾਦੂਮਈ ਅਸਰ ਪਿਆ, ਉਹ ਵਾਪਸ ਮੁੜ ਕੇ ਨਹੀਂ ਆਏ, ਉਹਨਾਂ ਦੇ ਪਾਸ ਹੀ ਰਹਿ ਗਏ। ਇਹ ਕਰਨੀ ਕਮਾਈ ਵਾਲੀਆਂ ਪਵਿੱਤਰ ਆਤਮਾਵਾਂ ਦਾ ਜੀਵਨ, ਉਹਨਾਂ ਦੀ ਬੰਦਗੀ, ਉਹਨਾਂ ਦੀ ਭਗਤੀ, ਉਹਨਾਂ ਦਾ ਕ੍ਰਿਸ਼ਮਈ ਜਿਹੜਾ ਜੀਵਨ ਹੁੰਦਾ ਉਹਦਾ ਪ੍ਰਭਾਵ ਹੋਇਆ ਕਰਦਾ ਹੈ। ਸੋ ਸਾਧ ਸੰਗਤ ਜੀ, ਕਹਿੰਦਾ ਸਾਡੀ CID ਦੀਆਂ ਬੜੀਆਂ ਗਲਤ ਰਿਪੋਰਟਾਂ ਸਾਨੂੰ ਮਿਲੀਆਂ, ਅਸੀਂ ਹੈਰਾਨ ਸਾਂ, ਅਸੀਂ ਥੋੜ੍ਹਾ ਜਿਹਾ ਚਿੰਤਤ ਸਾਂ ਜਰਨਲ ਸੁਬੇਗ ਸਿੰਘ ਦੇ ਪੱਖੋਂ ਕਿ ਜਰਨਲ ਸੁਬੇਗ ਸਿੰਘ ਬੜਾ ਤੇਜ਼ ਤਰਾਰ ਦਿਮਾਗ ਦਾ ਮਾਲਕ ਹੈ, ਉਹਨੂੰ ਬੜੀ ਤਕੜੀ ਵਿਉਂਤਬੰਦੀ ਕਰਨੀ ਆਉਂਦੀ ਹੈ, ਕਿਉਂਕਿ ਉਸ ਨੇ ਬੰਗਲਾਦੇਸ਼ ਵਿੱਚ ਉੱਥੋਂ ਦੀ ਹਕੂਮਤ ਨਾਲ ਲੜਾਈ ਲੜਦਿਆਂ ਹਿੰਦੁਸਤਾਨ ਦੇ ਅਧੀਨ ਬੰਗਲਾਦੇਸ਼ ਨੂੰ ਕਰਨ ਵਾਸਤੇ
90,000 ਬੰਗਲਾਦੇਸ਼ੀ ਫੌਜੀਆਂ ਦੇ ਹੱਥ ਖੜੇ ਕਰਾ ਕੇ ਉਹਨਾਂ ਤੋਂ ਆਤਮ ਸਮਰਪਣ ਹਿੰਦੁਸਤਾਨ ਦੀ ਸਰਕਾਰ ਅੱਗੇ ਕਰਾ ਦਿੱਤਾ ਸੀ ਥੋੜ੍ਹੇ ਸਮੇਂ ਦੇ ਵਿੱਚ। ਇਸ ਗੱਲੋਂ ਥੋੜ੍ਹੀ ਜਿਹੀ ਚਿੰਤਾ ਸੀ, ਕੋਈ ਬਹੁਤਾ ਨਹੀਂ ਸਾਨੂੰ ਖਿਆਲ ਸੀ ਕਿ ਸਾਡੇ ਨਾਲ ਆਹ ਕੁਝ ਵਾਪਰੇਗਾ। ਪਰ ਕਹਿੰਦੇ ਜਦੋਂ 2 ਜੂਨ ਨੂੰ ਅਸੀਂ ਤਿਆਰੀ ਕੀਤੀ ਤਾਂ 2200 ਨੌਜਵਾਨ ਐਸੇ ਤਿਆਰ ਕੀਤੇ ਜਿਹੜੇ ਆਪਣੇ ਆਪ ਦੇ ਵਿੱਚ ਸਾਡੀ ਫੌਜ ਦਾ ਸਿਰਾ ਸਨ। 2200 ਦੇ ਵਿੱਚੋਂ 1700 ਜਵਾਨ ਐਸੀ ਵਰਦੀ ਪਾ ਕੇ ਤਿਆਰ ਕਰਵਾਇਆ ਗਿਆ ਕਿ ਜੇ ਉਹਨਾਂ ਉੱਤੇ ਗੋਲੀਆਂ ਚਲਾਈਆਂ ਜਾਣ ਤਾਂ ਉਹਨਾਂ ਦੇ ਸਰੀਰ ਦਾ ਗੋਲੀਆਂ ਕੋਈ ਨੁਕਸਾਨ ਨਾ ਕਰ ਸਕਣ। ਐਸੀਆਂ ਵਰਦੀਆਂ, ਐਸੀਆਂ ਪੇਟੀਆਂ ਉਹਨਾਂ ਦੇ ਪਵਾਈਆਂ ਗਈਆਂ। ਤਾਂ ਅਸੀਂ ਜਦੋਂ 2200 ਜਵਾਨ ਅੰਦਰ ਭੇਜਿਆ, ਅਸੀਂ ਬੜੇ ਪ੍ਰਸੰਨ ਸਾਂ। ਸਾਡੇ ਨੌਜਵਾਨ ਵੀ ਬੜੇ ਉਤਸ਼ਾਹ ਨਾਲ ਅੰਦਰ ਨੂੰ, ਜਦੋਂ 2200 ਜਵਾਨ ਅੰਦਰ ਭੇਜਿਆ ਅਸੀਂ ਬੜੇ ਪ੍ਰਸੰਨ ਸਾਂ। ਸਾਡੇ ਨੌਜਵਾਨ ਵੀ ਬੜੇ ਉਤਸ਼ਾਹ ਨਾਲ ਅੰਦਰ ਨੂੰ, ਸਾਰੀ ਫੌਜ ਔਰ ਹਿੰਦੁਸਤਾਨ ਦੀ ਹਕੂਮਤ ਬੇਵਸ ਹੋ ਕੇ ਰਹਿ ਗਈ। ਔਰ ਅੰਦਰੋਂ ਕਹਿੰਦੇ ਪੁਰਖਾਂ ਦੀ ਸਿਹਤ ਠੀਕ ਨਹੀਂ, ਇਸ ਕਰਕੇ ਤੂੰ ਭਾਈ ਅੱਜ ਮਿਲ ਨਹੀਂ ਸਕਦਾ। ਭਾਈ ਮੋਹਕਮ ਸਿੰਘ ਜਦੋਂ ਥੱਲੇ ਆਏ, ਉਹਨਾਂ ਨੂੰ ਉਹ ਸਿੰਘ ਮਿਲਦਾ ਤੇ ਉਹ ਸਿੰਘ ਕਹਿੰਦਾ ਵੀ ਸਿੰਘਾ ਮੈਂ ਸੰਤਾਂ ਦੇ ਦਰਸ਼ਨ ਕਰਨ ਆਇਆ, ਕੋਈ ਜ਼ਰੂਰੀ ਗੱਲ ਹੈ, ਮੈਨੂੰ ਸੰਤਾਂ ਨੂੰ ਮਿਲਾ। ਭਾਈ ਮੋਹਕਮ ਸਿੰਘ ਕਹਿੰਦੇ ਵੀ ਤੁਸੀਂ ਸਰਦਾਰ ਸਾਹਿਬ ਰੁਕੋ, ਮੈਂ ਮਹਾਂਪੁਰਸ਼ਾਂ ਲਈ ਗਰਮ ਜਲ ਬਣਾ ਕੇ ਲੈ ਕੇ ਚੱਲਿਆ, ਉਹਨਾਂ ਨੂੰ ਬੇਨਤੀ ਕਰਕੇ ਪੁੱਛਦਾ ਜੇ ਉਹ ਮਿਲਣਾ ਚਾਹੁੰਦੇ ਹੈ ਫਿਰ ਮੈਂ ਤੁਹਾਨੂੰ ਜ਼ਰੂਰ ਮਿਲਾਵਾਂਗਾ। ਤੁਸੀਂ ਕੁਝ ਸਮਾਂ 7 ਨੰਬਰ ਕਮਰੇ ਵਿੱਚ ਇੱਕ ਸਿੰਘ ਨੂੰ ਕਹਿ ਕੇ ਵੀ ਇਹਨਾਂ ਨੂੰ 7 ਨੰਬਰ ਕਮਰੇ ਵਿੱਚ ਬਿਠਾ ਕੇ ਜਲ ਪਾਣੀ ਛਕਾਓ, ਸੇਵਾ ਕਰੋ, ਮੈਂ ਸੰਤਾਂ ਦਾ ਸੁਨੇਹਾ ਲੈ ਕੇ ਆਉਂਦਾ ਹਾਂ। ਭਾਈ ਮੋਹਕਮ ਸਿੰਘ ਗਰਮ ਜਲ ਬਣਾ ਕੇ ਮਹਾਂਪੁਰਸ਼ਾਂ ਕੋਲੇ ਜਦੋਂ ਲੈ ਕੇ ਗਏ, ਸੰਤ ਕਹਿੰਦੇ ਮੋਹਕਮ ਸਿਆਂ ਥੱਲੇ ਇੱਕ ਸਿੰਘ ਆਇਆ, ਉਹਨੂੰ ਰੋਕਿਆ ਕਿਉਂ, ਉਹਨੂੰ ਕਿਉਂ ਨਹੀਂ ਮਿਲਾ ਰਹੇ ਮੈਨੂੰ ਤੁਸੀਂ? ਇਹ ਅੰਤਰਜਾਮਤਾ ਮਹਾਂਪੁਰਖਾਂ ਦੀ ਗੁਰਬਾਣੀ ਦਾ ਫਰਮਾਨ ਹੈ ਜਪਜੀ ਸਾਹਿਬ ਜੀ ਦਾ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁੱਧ। ਦੇਵਤਿਆਂ ਵਾਲੀ ਬੁੱਧੀ ਦਾ ਪ੍ਰਕਾਸ਼ ਗੁਰਮੁਖ ਦੇ ਅੰਦਰ ਨਾਮ ਜਪਦਿਆਂ ਹੋ ਜਾਂਦਾ। ਜਿਵੇਂ ਹੱਥ 'ਤੇ ਔਲਾ ਰੱਖ ਕੇ ਵੇਖ ਲਈਦਾ, ਇਸ ਤਰ੍ਹਾਂ ਸਤਿਪੁਰਸ਼ ਨਾਮ ਜਪਣ ਵਾਲਿਆਂ ਨੂੰ ਹਰ ਗੱਲ ਦੀ ਗਿਆਤ ਅੰਤਰਜਾਮਤਾ ਹੁੰਦੀ ਹੈ। ਬਹੁਤ ਉਹਨਾਂ ਦੀ ਅੰਤਰਜਾਮਤਾ ਦੀਆਂ ਮਿਸਾਲਾਂ, ਇੱਕ ਨਹੀਂ ਬਹੁਤ। ਭਾਈ ਇੰਦਰਜੀਤ ਸਿੰਘ ਜੀ ਵੱਡੇ ਸੁਪੁੱਤਰ ਭਾਈ ਈਸ਼ਰ ਸਿੰਘ ਜੀ ਦਾ 73 ਵਿੱਚ ਜਨਮ ਹੋਇਆ। ਉਸ ਤੋਂ ਬਾਅਦ ਮਹਾਂਪੁਰਖਾਂ ਦੇ ਛੋਟੇ ਸੁਪੁੱਤਰ ਭਾਈ ਇੰਦਰ ਹੋਇਆ। ਉਦੋਂ ਮਹਾਂਪੁਰਸ਼ ਕਹਿਣ ਲੱਗੇ ਭਾਈ ਮੈਂ ਹੁਣ ਘਰੇ ਨਹੀਂ ਰਹਿਣਾ, ਚਲੇ ਜਾਣਾ। ਕਿਸੇ ਨੂੰ ਕੋਈ ਇਲਮ ਨਹੀਂ ਸੀ ਵੀ ਕੀ ਕੁਝ ਵਾਪਰਨਾ, ਪਹਿਲਾਂ ਹੀ ਉਹਨਾਂ ਨੇ ਦੱਸ ਦਿੱਤਾ ਸੀ। ਕਹਿੰਦੇ ਹੁਣ ਘਰੇ ਨਹੀਂ ਸਾਡੇ ਕੋਲੋਂ ਰਿਹਾ ਜਾਣਾ, ਹੁਣ ਮੈਂ ਚਲੇ ਜਾਣਾ ਇੱਥੋਂ। ਬਹੁਤ ਉਹਨਾਂ ਦੇ ਬਚਨ ਐਸੇ ਹੈ ਬੇਅੰਤ। ਕਈ ਵਾਰੀ ਸਿੰਘਾਂ ਨੂੰ ਐਸੇ ਬਚਨ ਕਰਦੇ ਸਨ, ਸਿੰਘ ਹੈਰਾਨ ਰਹਿ ਜਾਇਆ ਕਰਦੇ ਸਨ। ਸੋ ਭਾਈ ਮੋਹਕਮ ਸਿੰਘ ਨੂੰ ਕਹਿੰਦੇ ਵੀ ਥੱਲੇ ਸਿੰਘ ਆਇਆ, ਉਹਨੂੰ ਬੁਲਾਓ। ਭਾਈ ਮੋਹਕਮ ਸਿੰਘ ਕਹਿੰਦੇ ਅਸੀਂ ਪਹਿਲਾਂ ਕਦੇ ਨਹੀਂ ਇਹ ਸਿੰਘ ਨੂੰ ਵੇਖਿਆ ਸੀ। ਮਹਾਂਪੁਰਸ਼ਾਂ ਨੂੰ ਮੈਂ ਉੱਥੇ ਉਵੇਂ ਜਲ ਪਾਣੀ ਬਾਟੇ ਵਿੱਚ ਪਾ ਕੇ ਦੇ ਕੇ ਥੱਲੇ ਆ ਗਿਆ। ਮੈਂ ਕਿਹਾ ਸਰਦਾਰ ਸਾਹਿਬ ਤੁਹਾਨੂੰ ਮਹਾਂਪੁਰਖ ਯਾਦ ਕਰਦੇ ਆ। ਜਦੋਂ ਇਹ ਸਿੰਘ ਉੱਤੇ ਗਏ, ਫਤਿਹ ਬੁਲਾਈ ਨਾ, ਮਹਾਂਪੁਰਸ਼ ਪਤਾ ਕੀ ਕਹਿਣ ਲੱਗੇ ਜਰਨਲ ਸੁਬੇਗ ਸਿੰਘ ਜੀ ਨੂੰ। ਇਹ ਕੌਣ ਸੀ? ਇਹ ਜਰਨਲ ਸੁਬੇਗ ਸਿੰਘ ਸਨ। ਕਹਿੰਦੇ ਸਿੰਘਾ ਬੜੇ ਲੰਮੇ ਸਮੇਂ ਦੇ ਤੈਨੂੰ ਉਡੀਕ ਰਹੇ ਸੀ, ਬੜਾ ਹੀ ਦੇਰ ਲਾ ਕੇ ਆਇਆ ਤੂੰ ਸਾਡੇ ਕੋਲੇ। ਜਰਨਲ ਸੁਬੇਗ ਸਿੰਘ ਦੀਆਂ ਅੱਖਾਂ ਵਿੱਚ ਅਥਰੂ ਆ ਗਏ, ਭੱਜ ਕੇ ਚਰਨਾਂ ਨੂੰ ਪੈ ਗਿਆ ਵੀ ਮਹਾਂਪੁਰਖੋ ਐਡੀ ਵੱਡੀ ਅੰਤਰਜਾਮਤਾ, ਮੈਂ ਤਾਂ ਪਹਿਲੀ ਵਾਰ ਤੁਹਾਡੇ ਦਰਸ਼ਨ ਕੀਤੇ ਆ, ਤੁਹਾਨੂੰ ਕਿਵੇਂ ਪਤਾ ਲੱਗ ਗਿਆ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਸੀ? ਤੁਸੀਂ ਮੈਨੂੰ ਇੰਨੇ ਲੰਮੇ ਸਮੇਂ ਦੇ ਉਡੀਕਦੇ ਸੀ। ਸੋ ਫਿਰ ਇੱਕ ਉਹਨਾਂ ਨੇ ਛੋਟਾ ਜਿਹਾ ਬਰੀਫ ਕੇਸ ਅੱਗੇ ਕੀਤਾ। ਕਹਿਣ ਲੱਗੇ ਕੀ ਹੈ? ਕਹਿੰਦੇ ਨਹੀਂ ਮਹਾਰਾਜ ਮੇਰੇ ਦਿਲ ਦੀ ਬੜੀ ਸ਼ਰਧਾ ਸੀ, ਭਾਵਨਾ ਸੀ ਮੈਂ ਕੋਈ ਵਸਤੂ ਮਹਾਂਪੁਰਸ਼ਾਂ ਲਈ ਕੀ ਲੈ ਕੇ ਜਾਵਾਂ ਜਿਹਦੇ ਨਾਲ ਉਹਨਾਂ ਦੀ ਮੈਨੂੰ ਪ੍ਰਸੰਨਤਾ ਮਿਲ ਜਾਏ। ਧਾਰਮਿਕ ਗ੍ਰੰਥਾਂ ਦਾ ਬਚਨ ਹੈ
वैद गुरु और ज्योतिषी तिनके पास जो जाए, रिक्त पान ना जाइए, फल दिए फल पाए। कदे वैद कोले, हकीम कोले, ज्योतिषी भाव विद्वान कोले और गुरु कोले कदे खाली हथ नहीं जाना चाहिए। जदों भी भाई गुरु ग्रंथ साहब महाराज जी के चरणों में आओ, खाली हथ मत्था नहीं टेकना, भावें एक टके नाल ही मत्था टेक दिओ। संत बाबा अतर सिंह जी मस्तूआणे वाले जदों सचखंड श्री हजूर साहब वो भगती बंदगी करया करते सन, तख्त साहब रोड दर्शन करन जाना तो एक ना एक फुल कितों तोड़ के लैके जाना मत्था टेकन नूं महाराज के चरणों में, खाली हथ नहीं जाया करते सन। महापुरुष संत बाबा जरनैल सिंह जी खालसा जी जदों संत बाबा करतार सिंह जी खालसा जी जथे समेत तक श्री हजूर साहब गए, 10 दिन जथा रहा। महापुरखों ने एक दिन कथा विच बचन कीते, भाई हजूर साहब जिहड़ा सिंह जप तप सेवा सिमरन करदा, उन्होंने धन गुरु गोबिंद सिंह साहब जी के दर्शन जल्दी प्राप्त हो जाते हैं। संतां ने बेनती की, महाराज साडी इच्छा है इत्थे रह के कुछ समा सिमरन भजन करिए। चाह नाल होर भी सिंह नाल तैयार होए। महापुरखों ने फिर माता साहिब देव कौर जी के स्थान पर अपना सिमरन भजन आरंभ किया। लगातार कई महीने 22 घंटे भाई गुरदेव सिंह जी समान वाला जो कौम के संघर्ष में शहीद होए वो भी नाल सन। 22 घंटे लगातार माता जी के स्थान पर महापुरख मूल मंत्र वाहिगुरू मंत्र का अभ्यास करते चौंकड़ा ला के, और एक वेरी दर्शन करन हजूर साहब जरूर महाराज के चरणों में आउंदे। गरीबी सी, माया नहीं कोले सी, रस्ते विचों दातन तोड़नी, ਉਹਦਾ इशनान करा के तख्त साहब लिया के दातन महाराज ਨੂੰ भेटा कर देनी। ਇੰਨੀ ਭਾਵਨਾ ਉਹਨਾਂ ਮਹਾਂਪੁਰਖਾਂ ਦੇ ਹਿਰਦੇ ਵਿੱਚ। ਮਾਤਾ जी के स्थान पर भी इस तरह दातना भेटा रोज़ जरूर करनियाँ जदों मत्था टेकन जाना। सो साध संगत जी कहते गुरु दे अगे भी कदे खाली हथ नहीं जाना। वैद गुरु और ज्योतिषी इनके पास जो जाए, रिक्त पान ना जाइए। रिक्त नाम हुंदा हत्थां दा, खाली हथ ना जाइए, फल दिए फल पाए। कोई फल कोई भेटा जदों लैके जाओगे ना तो तुसी खाली हथ नहीं उत्थों मुड़ोगे, कुछ ना कुछ तुहानूं प्राप्त होएगा। जनरल सुबेग सिंह कहन लगे, मैं महापुरखों नूं बेनती की, महापुरखों वड्डियां कोले खाली हथ नहीं जाईदा, महापुरखों कोले खाली हथ नहीं जाईदा। मेरे कोले बहुत शरधा भावना नाल मैं एक वस्तु लैके आया, तुसी अंगीकार करो। उन्होंने अगे कर दिता, बरीफ केस छोटा जिहा सी, थोड़ा जिहा चुक के महापुरख देख के मुस्कुराउण लग पे। वो की सी, वो जदों बंगलादेश जित्तिया ना तो उत्थों दे फौजी जरनैल ने महापुरखों नूं अमेरिका का बहुत वधिया किस्म का पिस्टल सी, वो जनरल साहब नूं इनाम वजों उन्होंने भेटा रूप विच दिता सी। वो फिर जनरल सुबेग सिंह जी ने महापुरखों नूं वो निशानी सब तो उन्होंने जो जिंदगी की कीमती सी वो इत्थे भेटा कीती सी। साध संगत जी, उस जरनैल का जीवन इन्हां दिनां विच विचारिया बड़ा जरूरी होना चाहिए। उन्हां दी बहुत वड्डी कुर्बानी है। जे उन्हां दी ब्योंतबंदी मोर्चाबंदी ना हुंदी, कराउण वाले तो गुरु साहब ही है। क्योंकि साध संगत जी, भगती भाव के अंदर एक जोग भ्रिष्ट अवस्था आउंदी है। जोग भ्रिष्ट किन्हां नूं कहा जांदा? ਜਿਹੜੇ भगती भावना की साधना करते करते उन्हां दा तप, उन्हां दे निजम, उन्हां दी साधना पूरी ना हुई होवे, विचाले शरीर छड्ड देण, फिर दोबारा भगती भावना वाले चंगे उच्चे सुच्चे करनी वाले मापियां दे घर विच उन्हां दा जन्म हुंदा। सुरत संभालण तो बाद फिर उत्थों दोबारा भगती की साधना शुरू कर लेंदे आ। फिर वो दोबारा पूरी साधना करके भगती दी अपने जन्म नूं जम्मण बन तो रहत करके फिर मुक्त होके जाते हैं। उन्होंने जोग भ्रिष्ट कहा जाता है। शहीदां सिंघां दे विच भी इस तरह ही आउंदा। ये ड्यूटियां धुर दरगाहों लगियां हुंदियां। जिहड़े सिंह महापुरखां नाल उत्थे शहीद होए ना,
ਇਹਨਾਂ ਦੀਆਂ ਧੁਰ ਦਰਗਾਹੀ ਡਿਊਟੀਆਂ ਸਨ। ਇਹ ਪੂਰਬਲੇ ਤਪਸਵੀ ਸਨ, ਕਰਨੀਆਂ ਵਾਲੀਆਂ ਆਤਮਾ ਸਨ। ਇਹ ਪਿਛਲੇ ਜਨਮਾਂ ਦੀ ਇਹਨਾਂ ਦੀ ਬਹੁਤ ਵੱਡੀ ਘਾਲਣਾ ਸੀ। ਸਾਧ ਸੰਗਤ ਜੀ, ਕੌਣ ਮਰਦਾ, ਕਿਹਦਾ ਚਿੱਤ ਕਰਦਾ ਮਰਨ ਨੂੰ? ਸਾਹਮਣੇ ਮੌਤ ਦਿਸਦੀ ਹੋਵੇ। ਤੇ ਸੰਤਾਂ ਦੇ ਨਾਲ ਦੇ ਸਿੰਘਾਂ ਨੂੰ ਮੌਤ ਦਾ ਕੋਈ ਖੌਫ ਹੀ ਨਹੀਂ। ਉਹ ਮੁਸਕਰਾਉਂਦੇ ਆ, ਮੌਤ ਨੂੰ ਮਖੌਲਾਂ ਕਰਦੇ ਆ, ਟੱਪਦੇ ਆ, ਔਰ ਪਰਵਾਹ ਹੀ ਨਹੀਂ ਕਰਦੇ ਕਿਸੇ ਵੀ ਗੱਲ ਦੀ। ਇਹ ਉਹਨਾਂ ਦੀਆਂ ਪੂਰਬਲੀਆਂ ਕਮਾਈਆਂ ਸਨ। ਤੁਸੀਂ ਦੇਖੋ, ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਕਾਰ ਸੇਵਾ ਵਿੱਚ ਸੇਵਾ ਕਰਨ ਵਾਲੇ ਬਾਬਾ ਸ਼ੀਸ਼ਾ ਸਿੰਘ ਜੀ ਦੇ ਜਥੇ ਵਿੱਚ ਰਹਿਣ ਵਾਲੇ 35 ਸਿੰਘ ਇੱਕੋ ਦਿਨ ਹੀ ਬਾਬਾ ਸ਼ੀਸ਼ਾ ਸਿੰਘ ਜੀ ਨੂੰ ਛੱਡ ਕੇ ਮਹਾਂਪੁਰਸ਼ਾਂ ਕੋਲੇ ਦਰਬਾਰ ਸਾਹਿਬ ਆ ਜਾਂਦੇ। ਕੁਝ ਮਹੀਨੇ ਪਹਿਲਾਂ ਹੀ ਬਾਬਾ ਸ਼ੀਸ਼ਾ ਪੁਰਖਾਂ ਨੇ ਕਿਹਾ, ਸਿੰਘੋ ਤੁਹਾਨੂੰ ਬਾਬੇ ਲੈਣ ਆਏ ਆ, ਤੁਸੀਂ ਇਹਨਾਂ ਦੇ ਜਥੇ ਵਿੱਚ ਸੇਵਾ ਕਰਦੇ ਹੋ ਤੇ ਬਾਬਿਆਂ ਦਾ ਬਚਨ ਮੰਨੋ, ਜਾਓ ਤੁਸੀਂ ਸੇਵਾ ਵਿੱਚ ਲੱਗੋ, ਜਾ ਕੇ ਸੇਵਾ ਕਰੋ। ਸਾਰੇ ਸਿੰਘ ਕਹਿਣ ਲੱਗੇ ਬਾਬਾ ਸ਼ੀਸ਼ਾ ਸਿੰਘ ਜੀ ਨੂੰ, ਬਾਬਾ ਜੀ ਅਸੀਂ ਨਹੀਂ ਜਾਣਾ, ਅਸੀਂ ਇੱਥੇ ਸ਼ਹੀਦੀਆਂ ਦੇਣ ਆਏ ਹਾਂ, ਸ਼ਹੀਦੀਆਂ ਦੇਣੀਆਂ, ਹੁਣ ਅਸੀਂ ਵਾਪਸ ਨਹੀਂ ਜਾਣਾ, ਇਹੀ ਸੇਵਾ ਕਰਨੀ ਆ ਹੁਣ ਅਸੀਂ। ਔਰ ਭਾਈ ਗੁਰਮੇਲ ਸਿੰਘ ਜੀ ਫੌਜੀ ਵਰਗੇ ਸਿੰਘ ਬਹੁਤ ਉੱਥੇ ਉਹਨਾਂ ਨੇ ਟੋਕਰੀ ਵੀ ਢੋਈ, ਨਾਮ ਵੀ ਜਪਿਆ, ਤਪ ਵੀ ਕੀਤਾ, ਬਹੁਤ ਘਾਲਣਾ ਘਾਲਦੇ ਸਨ ਉਹ ਸਿੰਘ ਉੱਥੇ। ਸਾਧ ਸੰਗਤ ਜੀ, ਇਸ ਧਰਮ ਦੇ ਯੁੱਧ ਵਿੱਚ 1.25 ਲੱਖ ਜਪਜੀ ਸਾਹਿਬ ਦੇ ਪਾਠ ਜਿਨ੍ਹਾਂ ਸਿੰਘਾਂ ਨੇ ਕੀਤੇ ਹੋਏ ਸਨ। ਐਵੇਂ ਦੇ ਨਹੀਂ ਸੀ ਵੀ ਆਮ ਉੱਠ ਕੇ ਤੁਰ ਪਏ ਸੰਤਾਂ ਦੇ ਨਾਲ। ਭਾਈ ਦਲਵੀਰ ਸਿੰਘ ਜੀ ਵਿਆਸੀ ਵਰਗੇ ਸਿੰਘ ਰੋਡ ਦਾ 5 ਬਾਣੀਆਂ 5 ਗ੍ਰੰਥੀ ਤੇ 101 ਜਪਜੀ ਸਾਹਿਬ ਦਾ ਰੋਡ ਪਾਠ ਕਰਦੇ ਸਨ। ਉਹ ਇਹੋ ਜਿਹੇ ਬਹੁਤ ਸਿੰਘ ਸਨ ਜਿਨ੍ਹਾਂ ਨੇ ਉੱਥੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਸ਼ਹੀਦੀਆਂ ਦਿੱਤੀਆਂ ਹਨ। ਸੋ ਸਾਧ ਸੰਗਤ ਜੀ, ਇਹ ਯੋਗ ਭ੍ਰਸ਼ਟਾਂ ਦੀ ਤਰ੍ਹਾਂ ਐਸੀਆਂ ਪਵਿੱਤਰ ਆਤਮਾਵਾਂ, ਤਪਸਵੀ ਆਤਮਾ ਜਨਮ ਲੈਂਦੀਆਂ ਤੇ ਆਪਣੇ ਜੀਵਨ ਨੂੰ ਸਫਲ ਕਰਕੇ, ਕੁਰਬਾਨੀਆਂ ਦੇ ਕੇ, ਜਪ ਤਪ ਕਰਕੇ ਸਫਲ ਹੋ ਕੇ ਸੰਸਾਰ ਤੋਂ ਜਾਂਦੇ ਹੈ। ਸਫਲ 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 ਭਈ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਭਗਵਾਨ ਪਾਪ ਬ੍ਰਹਮ ਗਿਆਨ ਤੋਂ ਬਿਨਾਂ ਜੰਮਣ ਮਰਨ ਦਾ ਗੇੜਾ ਨਹੀਂ ਮੁੱਕਦਾ। ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਕਿਰਪਾ ਕੀਤੀ ਹੈ ਕਿ ਜੇ ਸਿੰਘ ਨਿਸ਼ਕਾਮ ਰਹਿ ਕੇ ਧਰਮ ਦੇ ਯੁੱਧ ਵਿੱਚ ਸ਼ਹੀਦੀ ਦੇ ਦਿੰਦਾ ਨਾ, ਤਾਂ ਉਹਨੂੰ ਗਿਆਨਵਾਨ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ, ਮੁਕਤੀ ਪ੍ਰਾਪਤ ਹੁੰਦੀ ਹੈ। ਜੇ ਕੋਈ ਉਹਦੀ ਇੱਛਾ ਹੋਵੇ, ਫਿਰ ਮਹਾਰਾਜ ਉਹਦੀ ਅਗਲੇ ਜਨਮ ਵਿੱਚ ਜੋ ਵੀ ਇੱਛਾ ਹੋਏ ਪੂਰੀ ਹੋ ਜਾਂਦੀ ਹੈ। ਜਿਵੇਂ ਮੁਕਤਸਰ ਸਾਹਿਬ ਦੇ ਜੰਗ ਵਿੱਚ ਜਦੋਂ 40 ਮੁਕਤੇ ਸ਼ਹੀਦ ਹੋਏ, ਉਦੋਂ ਸਾਹਿਬਾਂ ਨੇ ਜਿਹੜੇ ਜਿਹੜੇ ਸਿੰਘ ਦੀ ਜੋ ਜੋ ਇੱਛਾ ਸੀ ਉਹ ਉਹਨਾਂ ਨੂੰ ਬਚਨ ਦਿੱਤੇ ਸਨ। ਮੇਰਾ 5000 ਹੀ ਭਾਵੇਂ ਦਾ 5000 ਬੰਦਿਆਂ ਦੇ ਉੱਤੇ ਰਾਜ ਹੋਵੇ, ਇਹਨੂੰ ਰਿਆਸਤਾਂ ਦਾ ਰਾਜ ਮਿਲੇ। ਮੇਰਾ 10,000 ਹੀ 10,000 ਇਹਦੇ ਫੌਜੀ ਹੋਣ, ਇਹ ਉਹਨਾਂ ਦਾ ਜਰਨੈਲ ਹੋਵੇ। ਮੇਰਾ 30,000 ਹੀ, ਮੇਰਾ ਬਲਖ ਬੁਖਾਲੇ ਦਾ ਰਾਜਾ, ਮੇਰਾ ਕਾਬਲ ਦਾ ਰਾਜਾ, ਮੇਰਾ ਕੰਧਾਰ ਦਾ ਰਾਜਾ। ਇਹ ਉਹਨਾਂ ਸਿੰਘਾਂ ਦੇ ਫੁਰਨੇ ਸਨ ਰਾਜ ਭਾਗ ਕਰਨ ਦੇ। ਮਹਾਰਾਜ ਨੇ ਉਹਨਾਂ ਦੇ ਉਹ ਇੱਛਾ, ਉਹਨਾਂ ਦੇ ਫੁਰਨੇ ਪੂਰੇ ਕੀਤੇ ਸ਼ਹੀਦੀਆਂ ਦੇਣ ਤੋਂ ਉਪਰੰਤ। ਇਉਂ ਸਾਧ ਸੰਗਤ ਜੀ, ਆਪਾਂ ਜਰਨਲ ਸੁਬੇਗ ਸਿੰਘ ਜੀ ਵਰਗੇ ਐਸੇ ਜਰਨੈਲ, ਕੋਈ ਪਰਿਵਾਰ ਦਾ ਮੋਹ ਨਹੀਂ, ਕੋਈ ਪਦ ਪਦਵੀ ਦੀ ਇੱਛਾ ਨਹੀਂ ਹੈ, ਕੇਵਲ ਨਿਰੋਲ ਸ਼ਹੀਦੀ ਦੇਣ ਦਾ ਸੰਕਲਪ ਲੈ ਕੇ ਆਏ ਆ ਮਹਾਂਪੁਰਖਾਂ ਦੇ ਪਾਸ। ਔਰ ਫਿਰ ਮਹਾਂਪੁਰਸ਼ਾਂ ਨੇ ਭਾਈ ਸਾਹਿਬ ਨੂੰ ਕਿਹਾ, ਭਾਈ ਮੋਹਕਮ ਸਿੰਘ ਨੂੰ ਕਹਿੰਦੇ, ਸਿੰਘ ਨੇ ਹੁਣ ਜਾਣਾ ਨਹੀਂ, ਆਪਣੇ ਕੋਲ ਹੀ ਰਹਿਣਾ, ਇੱਥੇ ਸਦਾ ਨਾਲ ਹੀ ਰਹੇਗਾ ਇਹ। ਔਰ ਸਾਧ ਸੰਗਤ ਜੀ, ਸਦਾ ਨਾਲ ਰਹਿਣ ਦਾ ਵੀ ਬਚਨ ਹੈ। ਜਦੋਂ ਜਰਨਲ ਸੁਬੇਗ ਸਿੰਘ ਜੀ ਮੋਰਚੇ ਦੇ ਵਿੱਚ ਨਾ ਫੱਟੜ ਹੋ ਗਏ, ਬਹੁਤ ਗੰਭੀਰ ਜ਼ਖਮੀ ਹੋ ਗਏ, ਨਾਲ ਦੇ ਸਿੰਘਾਂ ਨੇ ਇਹ ਬਚਨ ਦੱਸੇ ਹੈ। ਉਹ ਆਪਣੇ ਨਾਲ ਦੇ ਸਿੰਘਾਂ ਨੂੰ ਜਿਹੜੇ ਮੋਰਚੇ ਵਿੱਚ ਸਨ ਕਹਿਣ ਲੱਗੇ ਵੀ ਸਿੰਘੋ, ਜਿੰਨੀ ਜਲਦੀ ਹੁੰਦਾ ਮੇਰੇ ਸਵਾਸ ਨਿਕਲਣ ਤੋਂ ਪਹਿਲਾਂ ਪਹਿਲਾਂ ਮੇਰਾ ਸਰੀਰ ਸੰਤਾਂ ਕੋਲੇ ਲੈ ਜਾਓ। ਖੂਨ ਨੁੱਚੜ ਰਿਹਾ ਸੀ ਸਰੀਰ ਵਿੱਚੋਂ,
ਥਾਂ ਥਾਂ ਗੋਲੀਆਂ ਲੱਗੀਆਂ ਹੋਈਆਂ ਸਨ। ਸਿੰਘ ਬੜੀ ਹਿੰਮਤ ਤੇ ਫੁਰਤੀ ਨਾਲ ਚੁੱਕ ਕੇ ਅਕਾਲ ਤਖਤ ਸਾਹਿਬ ਥੱਲੇ ਜਿਹੜਾ ਭੋਰਾ ਸਾਹਿਬ ਹੈ ਉੱਥੇ ਜਰਨਲ ਸਾਹਿਬ ਨੂੰ ਲੈ ਕੇ ਆਏ। ਸਿੰਘਾਂ ਨੇ ਸੰਤਾਂ ਨੂੰ ਦੱਸਿਆ ਵੀ ਜਰਨਲ ਸੁਬੇਗ ਸਿੰਘ ਜੀ ਬਹੁਤ ਜ਼ਿਆਦਾ ਫੱਟੜ ਹੋ ਗਏ, ਤੁਹਾਨੂੰ ਯਾਦ ਕਰ ਰਹੇ ਆ। ਮਹਾਂਪੁਰਸ਼ਾਂ ਨੇ ਤੁਰੰਤ ਆ ਕੇ ਜਰਨਲ ਸਾਹਿਬ ਦਾ ਸੀਸ ਆਪਣੇ ਸੱਜੇ ਪੱਟ ਤੇ ਰੱਖ ਲਿਆ ਤੇ ਉਹਨਾਂ ਦੇ ਹੱਥ ਵਿੱਚ ਛੋਟਾ ਸ਼ਸਤਰ ਸੀ। ਦੋਨੋਂ ਹੱਥਾਂ ਨਾਲ ਮਹਾਂਪੁਰਸ਼ਾਂ ਵੱਲ ਨੂੰ ਕੀਤਾ ਤੇ ਕਹਿੰਦੇ ਮਹਾਰਾਜ ਮੇਰੀ ਅਖੀਰਲੀ ਫਤਿਹ ਪ੍ਰਵਾਨ ਕਰੋ। ਮਹਾਂਪੁਰਸ਼ ਕਹਿੰਦੇ ਜਰਨਲ ਸਾਹਿਬ ਤੁਸੀਂ ਚੱਲੋ ਸੱਚਖੰਡ ਨੂੰ, ਮਗਰੇ ਤੁਹਾਡੇ ਨਾਲ ਆ ਰਹੇ ਹਾਂ, ਤੁਹਾਡੇ ਪਾਸ ਹੀ ਆ ਰਹੇ ਹਾਂ, ਤੁਸੀਂ ਚੱਲੋ ਮਹਾਰਾਜ ਦੇ ਚਰਨਾਂ ਵਿੱਚ, ਅਸੀਂ ਵੀ ਆ ਰਹੇ ਹਾਂ। ਮਹਾਂਪੁਰਖਾਂ ਦਾ ਬਚਨ ਸੀ ਜਰਨਲ ਸਾਹਿਬ ਧਰਮ ਦੇ ਯੁੱਧ ਵਿੱਚ ਹਥਿਆਰ ਦੁਸ਼ਮਣ ਦੇ ਅੱਗੇ ਸਿੱਟ ਕੇ ਸਮਰਪਿਤ ਨਹੀਂ ਆਪਣੇ ਆਪ ਨੂੰ ਕਰਨਾ। ਹਥਿਆਰ ਤੁਹਾਡੇ ਕੋਲ ਰਹਿਣਾ ਚਾਹੀਦਾ ਜੰਗ ਦੇ ਵਿੱਚ ਜੂਝਦਿਆਂ ਹੋਇਆਂ, ਔਰ ਇਹ ਸਰੀਰ ਧਰਮ ਦੇ ਲੇਖੇ ਅਖੀਰਲੇ ਸਵਾਸ ਤੱਕ ਲੱਗ ਜਾਏ। ਜਰਨਲ ਸਾਹਿਬ ਨੇ ਵਾਅਦਾ ਨਿਭਾਇਆ, ਉਹ ਸ਼ਸਤਰ ਸੰਤਾਂ ਦੇ ਹੱਥਾਂ ਵਿੱਚ ਦਿੱਤਾ, ਸੱਚਖੰਡ ਜਾਣ ਲੱਗਿਆ ਨੇ। ਸੋ ਐਡੀ ਵੱਡੀ ਕੁਰਬਾਨੀ ਉਹਨਾਂ ਯੋਧਿਆਂ ਦੀ ਜਰਨਲ ਸੁਬੇਗ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਹੈ ਸੰਗਤ ਜੀ। ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ। ਕੌਣ ਨਿਭਾਉਂਦਾ ਕੌਣ ਨਿਭਦਾ, ਥੋੜੀ ਥੋੜੀ ਗੱਲ ਪਿੱਛੇ ਬੰਦਾ ਛੱਡ ਕੇ ਭੱਜ ਜਾਂਦਾ, ਘਰਦਿਆਂ ਨੂੰ, ਮਿੱਤਰਾਂ ਨੂੰ, ਦੋਸਤਾਂ ਨੂੰ, ਆਪਣੇ ਪਿਆਰਿਆਂ ਨੂੰ, ਸਾਥੀਆਂ ਨੂੰ। ਪਰ ਧੰਨੋ ਗੁਰੂ ਕੇ ਲਾਲ, ਗੁਰੂ ਕੇ ਸਿੱਖ ਜਿਨ੍ਹਾਂ ਨੇ ਜਾਨਾਂ ਵਾਰ ਕੇ ਮਹਾਂਪੁਰਖਾਂ ਦਾ ਸਾਥ ਦਿੱਤਾ ਹੈ। ਕਿੰਨੇ ਕੁ ਸਿੰਘ ਸਨ? 200-250 ਸਿੰਘ ਹੀ ਸੀ ਨਾ ਸਾਰਾ, ਤੇ ਲੱਖਾਂ ਦੀ ਫੌਜ ਦੇ ਨਾਲ ਜੂਝਿਆ। 6 ਦਿਨ ਦਾ ਘਮਸਾਣ ਦਾ ਜੰਗ, ਜਿਹੜੀ ਜ਼ਾਲਮ ਹਕੂਮਤ, ਜ਼ਾਲਮ ਫੌਜ ਦਾਅਵੇ ਕਰਦੀ ਸੀ 2-4 ਘੰਟਿਆਂ ਦੇ ਵਿੱਚ ਹੀ ਹਰਿਮੰਦਰ ਸਾਹਿਬ ਨੂੰ ਕਬਜ਼ੇ ਵਿੱਚ ਲੈ ਲਵਾਂਗੇ, 6 ਦਿਨ ਲਗਾਤਾਰ ਉਹਨਾਂ ਦੇ ਨਾਲ ਜੰਗ ਹੋਇਆ। ਸੰਤਾਂ ਨੇ 72 ਘੰਟੇ ਕਿਹਾ ਸੀ, ਸੰਤਾਂ ਨੇ 6 ਦਿਨ ਲਗਾਤਾਰ ਇਹ ਧਰਮ ਦਾ ਜੰਗ ਜ਼ਾਲਮਾਂ ਦੇ ਨਾਲ ਕੀਤਾ। ਔਰ ਦੂਸਰੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਉਹਨਾਂ ਦਾ ਵੀ ਸੰਖੇਪ ਰੂਪ ਵਿੱਚ, ਕਿਉਂ ਦਿਨ 2 ਹੀ ਰਹਿ ਗਏ, 4 ਤੇ 5 ਜੂਨ ਆਪਣੇ ਪਾਸ, ਜਿਹੜੇ ਸ਼ਾਮ ਦੇ ਸਮਾਗਮ ਹੈ। 6 ਜੂਨ ਦਾ ਮੁੱਖ ਸਮਾਗਮ ਦਿਨ ਦਾ ਹੀ ਹੈ। ਜਰਨਲ ਸੁਬੇਗ ਸਿੰਘ ਜੀ ਦੀ ਵੀ ਸੰਖੇਪ ਰੂਪ ਵਿੱਚ ਬੇਨਤੀ ਕੀਤੀ ਹੈ। ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਜੋ ਫੈਡਰੇਸ਼ਨ ਦੇ ਪ੍ਰਧਾਨ ਔਰ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ ਸਮੇਂ ਮਹਾਂਪੁਰਖਾਂ ਦੇ ਜਥੇ ਵਿੱਚ ਆਏ। ਆਪ ਜੀ ਨੂੰ ਇਹ ਸੁਭਾਗ ਪ੍ਰਾਪਤ ਹੋਇਆ ਕਿ ਆਪ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੱਡੇ ਸੁਪੁੱਤਰ ਸਨ। ਸੰਤ ਬਾਬਾ ਕਰਤਾਰ ਸਿੰਘ ਜੀ ਇੱਕ ਦਿਨ ਕਥਾ ਵਿੱਚ ਸ਼ਹਾਦਤ ਦਾ ਪ੍ਰਸੰਗ ਸੁਣਾਇਆ ਤੇ ਉਸ ਤੋਂ ਬਾਅਦ ਕਥਾ ਕਰਕੇ ਇੱਥੇ ਆਏ। ਆਉਂਦਿਆਂ ਨੂੰ ਅਚਾਨਕ ਭਾਈ ਅਮਰੀਕ ਸਿੰਘ ਅੱਗੇ ਮਿਲੇ ਸੰਤਾਂ ਨੂੰ, ਫਤਿਹ ਬੁਲਾਈ। ਭਾਈ ਅਮਰੀਕ ਸਿੰਘ ਨੂੰ ਗਲਵੱਕੜੀ ਵਿੱਚ ਲੈ ਕੇ ਕਹਿਣ ਲੱਗੇ, ਹੇ ਕਲਗੀਧਰ ਪਾਤਸ਼ਾਹ, ਸੱਚੇ ਪਾਤਸ਼ਾਹ, ਤੂੰ ਧਰਮ ਦੀ ਖਾਤਰ ਆਪਣੇ 4 ਲੱਖ ਤੇ ਜਿਗਰ 4 ਲਾਲ ਵਾਰੇ ਹੈ, ਮੇਰੇ ਇਸ ਪੁੱਤਰ ਨੂੰ ਧਰਮ ਦੀ ਖਾਤਰ ਸ਼ਹੀਦੀ ਜ਼ਰੂਰ ਬਖਸ਼ਿਓ ਮਹਾਰਾਜ। ਮੇਰਾ ਇਹ ਪੁੱਤਰ ਤੁਹਾਡੇ ਧਰਮ ਦੀ ਖਾਤਰ ਜ਼ਰੂਰ ਕੁਰਬਾਨ ਹੋਵੇ। ਇਹ ਮਹਾਂਪੁਰਖਾਂ ਨੇ ਅਰਦਾਸ ਕੀਤੀ ਸੀ ਸਾਧ ਸੰਗਤ ਜੀ। ਧੰਨ ਭਾਈ ਅਮਰੀਕ ਸਿੰਘ ਜੀ, ਧੰਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ। ਔਰ ਭਾਈ ਸਾਹਿਬ ਵੀ ਸਿਰ ਤੋੜ ਨਿਭਾ ਕੇ ਗਏ ਮਹਾਂਪੁਰਖਾਂ ਦੇ ਨਾਲ। ਇੱਕ ਇੱਕ ਕਦਮ ਲਾ ਕੇ ਉਹਨਾਂ ਨੇ ਕੋਈ ਪਰਿਵਾਰ ਦਾ ਮੋਹ ਨਹੀਂ, ਕੋਈ ਜਾਇਦਾਦ ਦੀ ਲੋਭ ਲਾਲਚ ਦੀ ਇੱਛਾ ਨਹੀਂ। ਛੋਟੇ ਛੋਟੇ ਬੱਚੇ ਸਨ, ਆਪਣੇ ਬੱਚਿਆਂ ਨੂੰ 2 ਜੂਨ ਵਾਲੇ ਦਿਨ ਪਿਆਰ ਦਾ ਦਿਲਾਸਾ ਦੇ ਕੇ ਆਪ ਆਗਿਆ ਕੀਤੀ, ਕਹਿੰਦੇ ਤੁਸੀਂ ਇੱਥੋਂ ਚਲੇ ਜਾਓ ਬੀਬੀ ਹਰਮੀਤ ਕੌਰ ਜੀ ਨੂੰ, ਅਸੀਂ ਤਾਂ ਹੁਣ ਮਹਾਂਪੁਰਖਾਂ ਦੇ ਹੁਕਮ ਵਿੱਚ ਇੱਥੇ ਸ਼ਹਾਦਤਾਂ ਦੇਣੀਆਂ। ਇੰਨਾ ਮਰਨ ਦਾ ਚਾਅ, ਸ਼ਹੀਦੀਆਂ ਦੇਣ ਦਾ ਚਾਅ, ਇੰਨੀ ਨਿਰਭੈਤਾ। ਖਾਲਸਾ ਮੌਤ ਨੂੰ ਮਖੌਲਾਂ ਕਰਦਾ ਸੁਣਿਆ, ਪਰ ਇਹਨਾਂ ਨੇ ਪ੍ਰਤੱਖ ਦਿਖਾ ਦਿੱਤਾ ਸਾਨੂੰ, ਇਹਨਾਂ ਯੋਧਿਆਂ ਨੇ। ਸੋ ਸਾਧ ਸੰਗਤ ਜੀ, ਐਸੇ ਸੂਰਬੀਰ ਯੋਧਿਆਂ ਦੀ ਮਿੱਠੀ ਯਾਦ
ਜਥੇਦਾਰ ਬਾਬਾ ਠਾਰਾ ਸਿੰਘ ਜੀ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ ਸਮੇਂ ਜਥੇ ਵਿੱਚ ਆਏ। ਜਥੇਦਾਰੀਆਂ ਕਰਨੀਆਂ ਬੜੀਆਂ ਸੌਖੀਆਂ, ਨਿਭਣਾ ਬੜਾ ਔਖਾ, ਬਹੁਤ ਔਖਾ। ਕਿਸੇ ਕਾਰਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਨੇ ਘੂਰ ਕੇ ਉਹਨਾਂ ਨੂੰ ਛੁੱਟੀ ਦੇ ਦਿੱਤੀ ਸੀ, ਬਾਬਾ ਠਾਰਾ ਸਿੰਘ ਜੀ ਨੂੰ, ਕਿਉਂਕਿ ਜਥੇ ਦੇ ਵਿੱਚ ਜਦੋਂ ਜਥਾ ਵਿਚਰਦਾ ਸੀ ਉਦੋਂ ਇਸ ਹੈੱਡਕੁਆਟਰ ਦੀ ਸੇਵਾ ਸੰਭਾਲ ਲਈ ਮਹਾਂਪੁਰਖਾਂ ਨੇ ਸਿੰਘਾਂ ਦੀ ਡਿਊਟੀ ਲਾਈ ਹੁੰਦੀ ਸੀ। ਸਭ ਤੋਂ ਪਹਿਲਾਂ ਫੌਜੀ ਰਣਬੀਰ ਸਿੰਘ ਜੀ ਜੋ ਥਰਾਜ ਵਾਲੇ ਸਨ, ਜੋ 13 ਅਪ੍ਰੈਲ 1978 ਨੂੰ ਨਰਕਧਾਰੀਆਂ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਉਹ ਸਾਕੇ ਦੇ ਵਿੱਚ ਉਹਨਾਂ ਨੇ ਸ਼ਹੀਦੀ ਦਿੱਤੀ ਸੀ। ਉਹਨਾਂ ਤੋਂ ਬਾਅਦ ਮਹਾਂਪੁਰਖਾਂ ਨੇ ਇਸ ਮਹਿਤੇ ਦਾ ਅਸਥਾਨ ਦਾ ਪ੍ਰਬੰਧ ਦਾ ਧਿਆਨ ਰੱਖਣ ਲਈ, ਕਿਉਂ ਜਥਾ ਮਹਾਂਪੁਰਖ ਬਾਹਰ ਵਿਚਰਦੇ ਸਨ, ਮਹਾਂਪੁਰਖ ਬਾਬਾ ਠਾਕਰ ਸਿੰਘ ਜੀ ਵੀ ਥੋੜ੍ਹਾ ਵਿਚਰੇ, ਜ਼ਿਆਦਾ ਚਿਰ ਇੱਥੇ ਰਹੇ। ਫਿਰ ਪਿਛਲੇ ਸਮੇਂ ਵਿੱਚ ਉਹਨਾਂ ਨੇ ਦੇਸ਼ ਵਿਦੇਸ਼ ਦੇ ਵਿੱਚ ਬਹੁਤ ਵੱਡਾ ਸਿੱਖੀ ਦਾ ਪ੍ਰਚਾਰ ਕੀਤਾ। ਤੋ ਮਹਾਂਪੁਰਖਾਂ ਨੇ ਫਿਰ ਬਾਬਾ ਠਾਰਾ ਸਿੰਘ ਜੀ ਨੂੰ ਇੱਥੇ ਜ਼ਿੰਮੇਵਾਰੀ ਦਿੱਤੀ ਹੋਈ ਸੀ। ਸੋ ਕਿਸੇ ਕਾਰਨ ਨਾਰਾਜ਼ਗੀ ਹੋਈ ਮਹਾਂਪੁਰਖਾਂ ਦੀ, ਵੱਡਿਆਂ ਦੀ, ਜਾਣਾ ਪਿਆ। ਆਪਣੀ ਭੁੱਲ ਬਖਸ਼ਾਉਣ ਵਾਸਤੇ ਸਾਹਮਣੇ ਜਿੱਥੇ ਹੁਣ ਦਰਸ਼ਨੀ ਡਿਓਢੀ ਬੜੀ ਸੁੰਦਰ ਗੁਰੂ ਸਾਹਿਬ ਦੀ ਕਿਰਪਾ ਨਾਲ, ਸੰਗਤ ਦੇ ਸਹਿਯੋਗ ਨਾਲ ਬਣੀ ਹੈ, ਇੱਥੇ ਬਾਬਾ ਠਾਰਾ ਸਿੰਘ ਜੀ ਬਹੁਤ ਅਧੀਨਗੀ ਦੇ ਨਾਲ, ਮੈਂ ਬਿਆਨ ਨਹੀਂ ਕਰ ਸਕਦਾ ਜਿਵੇਂ ਉਹ ਆਏ ਸਨ, ਬਿਆਨ ਹੋ ਹੀ ਨਹੀਂ ਸਕਦਾ ਜ਼ਬਾਨ ਤੋਂ, ਇੰਨੀ ਅਧੀਨਗੀ ਕੋਈ ਨਹੀਂ ਕਰ ਸਕਦਾ, ਇੰਨੀ ਨਿਮਰਤਾ, ਇੰਨੀ ਨਿਰਮਾਣਤਾ। ਸਾਧ ਸੰਗਤ ਜੀ ਆਪਣੇ ਚਿਹਰੇ ਤੇ ਕਾਲਖ ਮਲ ਕੇ ਆਏ ਸਨ ਤੇ ਬਾਹਰ ਆ ਕੇ ਖੜ ਗਏ ਸਨ। ਸਿੰਘਾਂ ਨੇ ਜਾ ਕੇ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਦੱਸਿਆ ਵੀ ਬਾਬਾ ਠਾਰਾ ਸਿੰਘ ਜੀ ਆਏ ਹੈ। ਮਹਾਂਪੁਰਖ ਬੜੀ ਛੇਤੀ ਆਏ, ਸਾਰੀ ਗੱਲ ਦੱਸੀ, ਆਪਣੇ ਪਰਨੇ ਨਾਲ ਚਿਹਰਾ ਸਾਫ਼ ਕਰਕੇ ਗਲਵੱਕੜੀ ਵਿੱਚ ਲੈ ਲਿਆ। ਕਹਿੰਦੇ ਆਪਣੀ ਇੱਥੋਂ ਦੀ ਪ੍ਰੀਤ ਨਹੀਂ, ਸੱਚਖੰਡ ਤੱਕ ਦਾ ਆਪਣਾ ਪਿਆਰ ਨਿਭੇਗਾ। ਮਹਾਂਪੁਰਖ ਕਹਿੰਦੇ ਬਾਬਾ ਠਾਰਾ ਸਿੰਘ ਜੀ ਨੂੰ। ਸਾਧ ਸੰਗਤ ਜੀ ਧੰਨ ਬਾਬਾ ਠਾਰਾ ਸਿੰਘ ਸਾਹਿਬ ਜੀ ਨੇ 3 ਪੀੜ੍ਹੀਆਂ ਜਥੇ ਵਿੱਚ ਰਹਿ ਕੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਸੰਤ ਬਾਬਾ ਜਰਨੈਲ ਸਿੰਘ ਜੀ ਨਾਲ ਰਹਿ ਕੇ ਬੜੀ ਵੱਡੀ ਸੇਵਾ ਕੀਤੀ। ਬਜ਼ੁਰਗ ਅਵਸਥਾ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਬਰੂਹਾਂ 'ਤੇ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ। ਐਸੇ ਕੌਮ ਦੇ ਕੌਮੀ ਜਰਨੈਲਾਂ ਦੀ ਮਿੱਠੀ ਯਾਦ ਆਪਾਂ ਤਾਜ਼ਾ ਕਰ ਰਹੇ ਹਾਂ। ਸਮਾਂ ਨਹੀਂ ਆਗਿਆ ਦਿੰਦਾ ਸਾਧ ਸੰਗਤ ਜੀ, ਉਹਨਾਂ ਸ਼ਹੀਦਾਂ ਦੇ ਕਾਰਨਾਮੇ ਵਿਚਾਰਦਿਆਂ ਅੱਗੇ ਤੋਂ ਅੱਗੇ ਮਨ ਉਸ ਵਹਿਣ ਦੇ ਵਿੱਚ ਚਲਿਆ ਜਾਂਦਾ। ਫਿਰ ਸੋ ਉਹਨਾਂ ਦੇ ਮਹਾਨ ਕਾਰਨਾਮੇ ਸਾਨੂੰ ਵਿਚਾਰਨੇ ਵੀ ਚਾਹੀਦੇ ਹੈ। ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ, ਆਪਣਿਆਂ ਬਜ਼ੁਰਗਾਂ ਦੀਆਂ ਜਿਹੜੀਆਂ ਵਿਚਾਰਾਂ, ਸਾਖੀਆਂ, ਇਤਿਹਾਸ ਹੈ, ਉਹਨੂੰ ਕਰਨਾ ਸੁਣਨਾ ਬੜਾ ਜ਼ਰੂਰੀ ਹੈ। ਘਰ ਸੁਣ ਕੇ, ਪੜ੍ਹ ਕੇ, ਵਿਚਾਰ ਕੇ ਸਾਨੂੰ ਵੀ ਪ੍ਰੇਰਨਾ ਮਿਲਦੀ ਹੈ ਕਿ ਸਾਡੇ ਅੰਦਰ ਵੀ ਉਹਨਾਂ ਵਰਗਾ ਕੋਈ ਇੱਕ ਅੱਧਾ ਗੁਣ ਆ ਜਾਏ ਤਾਂ ਸਾਡਾ ਜੀਵਨ ਵੀ ਸਫਲਾ ਹੋ ਜਾਏਗਾ। ਸੋ ਆਓ ਭਾਈ ਮਨ ਬਿਰਤੀ ਨੂੰ ਇਕਾਗਰ ਕਰੋ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਗੁਰ ਇਤਿਹਾਸ ਦੀ ਕਥਾ ਚੱਲ ਰਹੀ ਹੈ। ਅੱਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਭਾਈ ਸਾਈਂ ਦਾਸ ਜੜੀਆ ਸਿੱਖ ਇਹ ਦਰਸ਼ਨ ਕਰਨ ਵਾਸਤੇ ਆਇਆ। ਬਹੁਤ ਹੀ ਸੁੰਦਰ ਛੋਟਾ ਜਿਹਾ ਪ੍ਰਸੰਗ ਹੈ। ਮਨ ਬਿਰਤੀ ਨੂੰ ਇਕਾਗਰ ਕਰਕੇ ਸਾਰੇ ਆਏ ਹੋਏ ਇਤਿਹਾਸ ਦੀ ਕਥਾ ਸੁਣੋ। ਇੱਕ ਵਾਰੀ ਸਾਰੇ ਗੱਜ ਕੇ ਆਖੋ ਭਾਈ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਸਿੱਖ ਜੜੀਆ ਸਾਈਂ ਦਾਸ। ਸਾਈਂ ਦਾਸ ਜੜੀਆ ਗੋਤ ਹੈ, ਜਾਤੀ ਹੈ। ਇਹ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਦਰਸ਼ਨ ਕਰਨ ਆਇਆ ਹੈ। ਕਰ ਗੁਰ ਨਮੋ ਬੈਠ ਕਰ ਪਾਸ। ਨਮਸਕਾਰ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਕਰਕੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠ ਗਿਆ, ਸੱਜ ਗਿਆ। ਹੱਥ ਜੋੜ ਅਰਦਾਸ ਬਖਾਨੀ। ਹੱਥ ਜੋੜ ਕੇ ਸਿੱਖ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਬੜੀ ਅਧੀਨਗੀ ਨਾਲ, ਨਿਮਰਤਾ ਦੇ ਨਾਲ। ਮੈਂ ਬਹੁਤ ਸਿੱਖਨ ਸੇਵਾ ਠਾਨੀ। हे ਸੱਚੇ ਪਾਤਸ਼ਾਹ, ਮੈਂ ਬਹੁਤ ਸਿੱਖਾਂ ਦੀ ਸੇਵਾ ਕੀਤੀ ਹੈ। ਤੁਹਾਡਾ ਹੁਕਮ ਹੈ ਆਏ ਸਿੱਖ ਦੀ ਘਰ ਵਿੱਚ ਸੇਵਾ ਕਰਨੀ, ਜਲ ਪਾਣੀ ਪ੍ਰਸ਼ਾਦਾ ਛਕਾਉਣਾ। ਜੇ ਯਥਾ ਸ਼ਕਤ ਦਾ ਮਤਲਬ ਹੁੰਦਾ ਜਿੰਨੀ ਕੁ ਸਮਰੱਥਾ ਹੋਵੇ।
घर विच धन है पदार्थ है तो वध सेवा करो, जे घर विच थोड़ा है तो थोड़ी सेवा कर लो, पर करो जरूर गुरु के सिखां दी गुरु दा रूप जान के। इस करके जथा शक्त महाराज तुसी मैनू हुक्म कीता सी कि गुरसिखां नूं घर दे विच लंगर छकाउणा, वस्त्र देने, धन भेटा करना, सेवावां करनियां, तुहाडा हुक्म मन के महाराज मैं यथा शक्त सेवा करदा रहा हाँ। धारण करियो हृदय उपदेश, जो उपदेश तुसी मैनू दिता सी वाहिगुरू नाम मूल मंत्र नाम, वो जप जप के महाराज मैं अपने हिरदे विच धारण कर लिया। धारण की हुंदा? वसा लिया, वस गया नाम। नाम वसन की कोई निशानी है कि सवास ग्रास विच नाम चल पैंदा। फिर इस तों भी वधिया वड्डी उदाहरण महापुरख संत बाबा जरनैल सिंह जी खालसा जी नूं भाई दलवीर सिंह जी अभ्यासी जी ने 2 नंबर कमरे विच पुछया सी। मैं कोले सी उदों महापुरखां दे, छोटी उम्र विच गड़बई अभ्यासियां दा मैनू कुछ समय लई सेवा करन वास्ते लाया होया सी। बचपन दे विच महते नगर नाल मेरा बड़ा प्यार सी। मैनू अभ्यासी ਸਿੰਘਾਂ ने कहना जा पिंड विचों दुध लैके आ, दुध छकना। ਜਿਹੜੇ घर विच मैं चले जाना अपनी मर्जी नाल ही तौड़ियां विचों उबलदा दुध पा के गड़बियां विच लै आउणा ते ਸਿੰਘਾਂ दे अगे लिया के हाज़र कर देना। इन्ना इत्थों दियां मातावां ने मैनू स्नेह और प्यार दिता साध संगत जी बचपन दे विच। सो उस वक्त भाई दलवीर सिंह जी अभ्यासी ने महापुरखां नूं पुछया, कहंदे जी जदों हिरदे विच नाम वस जांदा, गुरबाणी विच भी बचन आउंदा भी जिन्हां सास ग्रास ना विसरै हर नामा मन मंत, धन से सेई नानका पूर्ण सोई संत। नाम तो चल पिया भी श्वास श्वास, इहदी वड्डी निशानी की है भी किवें पता लगे भी नाम हुण चल पिया ते नाम दी अंदर की शक्ति ने प्रवेश किया। बड़ा कमाल दा उत्तर दिता महापुरखां ने। कहंदे भाई दलवीर सिंघा जदों हिरदे विच नाम वस जांदा ना, उस दिन तो बाद वकार दा फुरना, काम दा फुरना नहीं मुड़ के फुरदा कदे भी। असली निशानी कहंदे ये हुंदी है नाम वसे दी। उस दिन तो बाद चाहे गृहस्थी है चाहे विहंगम है, उहदे मन विच वकार दा फुरना नहीं कदे उठेगा। कहंदे ये असली नाम हिरदे विच टिके दी अवस्था बन जाती है। कहंदे ये संतां ने उत्तर दिता सी, महापुरख संत बाबा जरनैल सिंह जी खालसा जी। वो भाई हिरदे विच जिन्हां दे नाम वस जांदा, ऐन टिक गया महाराज। धारण कर लिया, धारण कोई वस्तु टका लई है, टिक गई है। सेवो तुमरे चरण हमेश, तुहाडे चरनां नूं सदा ध्यान विच लिया के महाराज उस दा ध्यान धारदा हां। भाव तुहाडे चरनां दी सेवा, ध्यान कित्थे टकाउंदा? तुहाडे चरनां विच ध्यान जोड़ के रखदा हां हमेशा। तऊ शब्द सुनबे के काल, और महाराज कई वारी शब्द कीर्तन सुनदियां सुनदियां, शब्द दा जाप करदियां करदियां कई वारी नह मन ठहरत चपल विसाल, मन जुड़दा ही नहीं। बड़ा विशाल चपल चंचल है मन। आपां भी बड़ा जोर लाउने हैं भी चलो नितनेम करते हैं गुरसिख, जपजी साहब दे पाठ, सुखनी साहब दे पाठ ਜਿਹੜੇ ਕਰਦੇ ਆ ਨਾ, ਜਿਨ੍ਹਾਂ ਦਾ ਅੰਦਰੋਂ ਪ੍ਰੇਮ ਆ, ਉਹਨਾਂ ਨੂੰ ਪੁੱਛੋ ਵੀ ਉਹਨਾਂ ਦੀ ਜੀਵਨ ਦਾ ਕਿੱਡਾ ਵੱਡਾ ਇਹ ਸੰਘਰਸ਼ ਹੈ। ਇਹ ਬਹੁਤ ਕਠਿਨ ਮਾਰਗ ਹੈ। ਜਦੋਂ ਮਨ ਨਹੀਂ ਟਿਕਦਾ ਉਹਨਾਂ ਦੀ ਬੇਵਲਤਾ ਨੂੰ ਉਹੀ ਜਾਣਦੇ ਆ। ਬੜਾ ਕਠਿਨ ਹੈ ਸੰਗਤ ਜੀ। ਕਹਿੰਦੇ ਮਹਾਰਾਜ ਮਨ ਇੰਨਾ ਚੰਚਲ ਹੈ, ਕਈ ਵਾਰੀ ਰੋਕਿਆ ਨਹੀਂ ਰੁਕਦਾ, ਚਲਾਏਮਾਨ ਹੋ ਜਾਂਦਾ। ਚੰਚਲ ਦਾ ਅਰਥ ਫੁਰਨਿਆਂ ਦੇ ਵਹਿਣ ਵਿੱਚ ਰੁੜ ਜਾਂਦਾ ਮਨ, नहीं टिकदा महाराज, टकाया भी नहीं टिकदा। बड़ा जोर लाईदा है, बसों ही बाहरा हो जाता है। आप कहो मन करो एकागर, तुसी कहा भी मन एकागर करके शब्द दा, नाम दा, बाणी दा अभ्यास करना, भी मन दी एकाग्रता बड़ी जरूरी है। पठो सुनो गुर शब्द उजागर, गुरु का शब्द पढ़दियां सुनदियां प्रतख भी, जिमें हुण आपां कीर्तन सुनिया, ये प्रतख रूप दे विच बाणी सुनी है।
ਕੀਰਤਨ ਸੁਣਿਆ, ਪਾਠੀ ਸਿੰਘ ਪਾਠ ਕਰਦਾ, ਆਪਾਂ ਕੰਨਾਂ ਨਾਲ ਸੁਣਦੇ, ਜਦੋਂ ਜਾਂਦਾ ਉਦੋਂ ਮਨ ਦੀ ਪੂਰੀ ਇਕਾਗਰਤਾ ਨਾਲ ਸੁਣਿਆ ਜਾਂਦਾ, ਉੱਦਾਂ ਨਹੀਂ ਸੁਣਿਆ ਜਾਂਦਾ। ਜਿਹੜੇ ਕਾਲ ਵਿੱਚ ਸੁਣਦਿਆਂ ਸੁਣਦਿਆਂ ਮਨ 1-2 ਸਕਿੰਟ ਮਿੰਟ ਇਕਾਗਰ ਹੋ ਜੇ, ਉਹ ਕਥਾ ਕੀਰਤਨ ਸੁਣਦਿਆਂ ਤੁਹਾਨੂੰ ਯਾਦ ਹੋ ਜਾਂਦਾ। ਇਹ ਇਕਾਗਰਤਾ ਦਾ ਫਲ ਹੈ, ਸੁਣਨ ਦਾ ਇਹ ਮਹਾਤਮ ਹੈ ਵੀ ਪੂਰੀ ਇਕਾਗਰਤਾ ਨਾਲ ਜਦੋਂ ਸੁਣਿਆ ਜਾਂਦਾ ਨਾ। ਜਿਹੜੇ ਗੁਰਮੁਖ ਹੁੰਦੇ ਆ, ਜਿਨ੍ਹਾਂ ਦੀ ਥੋੜ੍ਹੀ ਇਸ ਮਾਰਗ ਵਿੱਚ ਤਰੱਕੀ ਹੋਈ ਹੁੰਦੀ ਹੈ ਨਾ, ਉਹ ਕੀਰਤਨ ਜਦੋਂ ਸੁਣਨਗੇ ਨਾ ਮਨ ਇਕਾਗਰ ਕਰਕੇ, ਜਦੋਂ ਇੱਥੋਂ ਬਾਹਰ ਵੀ ਜਾਣਗੇ ਉਹਨਾਂ ਦੀਆਂ ਕੰਨਾਂ ਵਿੱਚੋਂ ਕੀਰਤਨ ਦੇ ਸ਼ਬਦ ਗੂੰਜੀ ਜਾਂਦੇ, ਕਥਾ ਵਿੱਚੋਂ ਗੁਰੂ ਦਾ ਸ਼ਬਦ ਗੂੰਜੀ ਜਾਂਦਾ। ਉਹਨਾਂ ਦੇ ਇਕਾਗਰਤਾ ਦੇ, ਮਨ ਦੀ ਇਕਾਗਰਤਾ ਦਾ ਇਹ ਪ੍ਰਭਾਵ ਹੁੰਦਾ, ਇਹ ਕਿਰਪਾ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ। ਬਹੁਤ ਕਠਿਨ ਹੈ ਸਾਧ ਸੰਗਤ ਜੀ। ਐਵੇਂ ਨਹੀਂ ਸਤਿਗੁਰੂ ਜੀ ਨੇ ਕਿਹਾ, ਕਹਤੇ ਪੁਨੀਤ ਕਹਤੇ ਪਵਿੱਤਰ ਸੁਣਤੇ ਪੁਨੀਤ। ਕਹਿਣ ਵਾਲਾ ਪਵਿੱਤਰ ਹੈ, ਸੁਣਨ ਵਾਲਾ ਉਹਦੇ ਨਾਲੋਂ ਹਜ਼ਾਰਾਂ ਗੁਣਾ ਵੱਧ ਪਵਿੱਤਰ ਹੈ। ਕਿਉਂ ਹੈ? ਕਿ ਉਹਦਾ ਮਨ ਇਕਾਗਰ ਹੋਇਆ ਹੈ। ਕਥਾ ਕੀਰਤਨ ਮਨ ਨੂੰ ਇਕਾਗਰ ਕਰਨ ਦਾ ਬਹੁਤ ਵੱਡਾ ਸਾਧਨ ਹੈ। ਗੁਰੂ ਘਰ ਦੇ ਵਿੱਚ ਵੱਡੇ ਵੱਡੇ ਤਪਸਵੀ ਦੁਨੀਆ ਵਿੱਚ ਹੋਏ, ਜਿਨ੍ਹਾਂ ਨੇ ਹਜ਼ਾਰਾਂ ਵਰ੍ਹੇ ਤਪ ਕੀਤਾ, ਉਹਨਾਂ ਦੇ ਮਨ ਨਹੀਂ ਇਕਾਗਰ ਹੋਏ। ਜਿੰਨੀ ਛੇਤੀ ਮਹਾਰਾਜ ਦੀ ਹਜ਼ੂਰੀ ਵਿੱਚ ਕੀਰਤਨ ਕਥਾ ਸੁਣ ਕੇ ਮਨ ਇਕਾਗਰ ਹੋ ਜਾਂਦਾ। ਔਰ ਭਗਤੀ ਦੀ ਸਾਧਨਾ ਵਿੱਚ ਸਭ ਤੋਂ ਸਿਰੇ ਦਾ ਸਾਧਨ ਸੰਗਤ ਜੀ ਮਨ ਦੀ ਇਕਾਗਰਤਾ ਹੈ। ਮਨ ਜੁੜ ਗਿਆ, ਮਨ ਟਿਕ ਗਿਆ। ਬਚਨ ਕਰਨਾ ਤਾਂ ਚਾਹੀਦਾ ਨਹੀਂ, ਵੈਸੇ ਚੱਲ ਗਿਆ ਸੁਭਾਵਕ। ਮੈਂ ਜਦੋਂ ਅਮਰੀਕਾ ਦੇ ਵਿੱਚ 1 ਸਾਲ ਲਗਾਤਾਰ ਲੱਗਾ ਰਿਹਾ, ਮੇਰਾ 1 ਸਾਲ 18 ਘੰਟੇ ਬਾਅਦ ਵੀ ਮਨ ਨਹੀਂ ਜੁੜਿਆ, ਮਨ ਇਕਾਗਰ ਹੁੰਦਾ ਹੀ ਨਹੀਂ ਸੀ। ਬੜੇ ਤਰਲੇ ਲਏ ਮਹਾਰਾਜ ਅੱਗੇ। ਸਾਲ ਬਾਅਦ ਇੱਕ ਦਿਨ ਸਿਰਫ ਅੱਧਾ ਮਿੰਟ ਇਕਾਗਰ ਹੋਇਆ ਸੀ। ਸਾਲ ਬਾਅਦ ਸੱਚ ਬੋਲਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ, ਤੇ ਅੱਧੇ ਮਿੰਟ ਨੇ ਮੇਰੀ ਸਾਲ ਦੀ ਥਕਾਵਟ ਲਾਤੀ ਸੀ। ਸਾਧ ਸੰਗਤ ਜੀ, ਐਸੀ ਮਹਾਰਾਜ ਦੇ ਨਾਮ ਦੀ ਕਿਰਪਾ ਹੈ, ਬਖਸ਼ਿਸ਼ ਹੈ, ਰਹਿਮਤ ਹੈ। ਬਹੁਤ ਕਠਿਨ ਮਾਰਗ ਹੈ, ਜਿਨ੍ਹਾਂ ਨਾਲ ਵਾਪਰਦਾ ਉਹਨਾਂ ਨੂੰ ਪਤਾ ਲੱਗਦਾ। ਸੁਣਨ ਨਾਲ ਮਨ ਇਕਾਗਰ ਹੋ ਜਾਂਦਾ ਹੈ। ਇਸ ਕਰਕੇ ਸੁਣਨ ਵਾਲੇ ਨੂੰ, ਸਰੋਤੇ ਨੂੰ ਬਹੁਤ ਵੱਡਾ ਦਰਜਾ ਮਹਾਰਾਜ ਨੇ ਦਿੱਤਾ। ਤਾਂ ਹੀ ਤਾਂ ਕਿਹਾ ਵਿੱਚ ਸੰਗਤ ਹਰ ਪ੍ਰਭ ਵਸੈ ਜੀ, ਉਹ ਸੰਗਤ ਵਿੱਚ ਪਰਮੇਸ਼ਰ ਵਸਦਾ। ਕਿਉਂ? ਸੰਗਤ ਦਾ ਮਨ ਪਰਮੇਸ਼ਰ ਨਾਲ ਜੁੜਿਆ ਹੋਇਆ ਹੁੰਦਾ। ਸੁਣਦਿਆਂ ਸੁਣਦਿਆਂ ਮਨ ਜੁੜ ਜਾਂਦਾ, ਐਨ ਭਿੱਜ ਜਾਂਦਾ ਗੁਰ ਸ਼ਬਦ ਵਿੱਚ, ਬਾਣੀ ਵਿੱਚ, ਨਾਮ ਵਿੱਚ, ਕਥਾ ਦੇ ਰਸ ਵਿੱਚ। ਇਸ ਕਰਕੇ ਮਹਾਰਾਜ ਕਹਿੰਦੇ ਵੀ ਜਦੋਂ ਗੁਰ ਸ਼ਬਦ ਪੜ੍ਹਨਾ, ਨਾਮ ਜਪਣਾ, ਰਸਨਾ ਨਾਲ ਬੋਲਣਾ, ਉਹ ਸੁਣਨਾ ਹੈ। ਤੇ ਸੁਣਨਾ ਵੀ ਮਨ ਨੂੰ ਇਕਾਗਰ ਕਰਕੇ ਹੈ। ਮਹਾਰਾਜ, ਮਨ ਐਡਾ ਚੰਚਲ ਹੈ, ਮਿੰਟ ਮਿੰਟ ਕਾਲ ਵਿੱਚ ਹੱਥੋਂ ਨਿਕਲਦਾ ਜਾਂਦਾ ਹੈ। ਸੁਨ ਸ਼੍ਰੀ ਮੁਖ ਤੇ ਜਤਨ ਬਤਾਇਓ। ਸੁਭਾਏਮਾਨ ਮੁਖ ਤੋਂ ਸਤਿਗੁਰੂ ਜੀ ਨੇ ਇਹ ਯਤਨ, ਇਹ ਸਾਧਨ ਦੱਸਿਆ ਮਨ ਨੂੰ ਇਕਾਗਰ ਕਰਨ ਦਾ, ਇਹਨਾਂ ਦੇ ਬੇਨਤੀ ਕਰਨ ਤੋਂ। ਮਨ ਗਤ ਕਉ ਅਬ ਤਉ ਲਖ ਪਾਇਓ। ਮਹਾਰਾਜ ਕਹਿੰਦੇ, ਤੂੰ ਧੰਨ ਹੈ ਭਾਈ ਸਾਈਂ ਦਾਸ ਜੜੀਆ, ਤੈਨੂੰ ਇੰਨੇ ਚਿਰ ਸਾਧਨ ਕਰਦਿਆਂ ਕਰਦਿਆਂ ਤੈਨੂੰ ਇਹ ਪਤਾ ਲੱਗ ਗਿਆ ਵੀ ਮਨ ਵੀ ਕੋਈ ਵਸਤੂ ਹੈ। ਮਨ ਦੀ ਗਤ ਨਾਮ ਹਾਲਤ ਦਾ, ਕਿ ਮੇਰਾ ਮਨ ਜੁੜ ਨਹੀਂ ਰਿਹਾ, ਮੇਰਾ ਮਨ ਜੁੜਿਆ ਹੋਇਆ। ਪਹਿਲਾ ਕਦਮ ਇਹ ਹੈ, ਇਹ ਵੀ ਨਹੀਂ ਪਤਾ ਲੱਗਦਾ। ਬੰਦਾ ਸਾਰੀ ਉਮਰ ਸੁਣਦਾ ਰਹਿੰਦਾ, ਪਤਾ ਹੀ ਨਹੀਂ ਲੱਗਦਾ ਵੀ ਮਨ ਜੁੜਿਆ ਕਿ ਨਹੀਂ ਜੁੜਿਆ। ਕਹਿੰਦੇ ਇਹ ਸਾਧਨ ਕਰਦਿਆਂ ਕਰਦਿਆਂ ਦੇਖੋ ਗੁਰੂ ਸਾਹਿਬ ਛੋਟੇ ਛੋਟੇ ਸਵਾਲ ਦਾ ਕਿੱਡਾ ਵੱਡਾ ਉੱਤਰ ਦੇ ਰਹੇ ਹੈ, ਸਿੱਖਾਂ ਦੀ ਅਵਸਥਾ ਨੂੰ ਉੱਚਿਆਂ ਕਰਨ ਵਾਸਤੇ। ਕਹਿੰਦੇ ਤੂੰ ਧੰਨ ਹੈ, ਤੈਨੂੰ ਇੰਨਾ ਤਾਂ ਪਤਾ ਲੱਗ ਗਿਆ ਨਾ ਵੀ ਮਨ ਦੀ ਹਾਲਤ ਕੀ, ਮੇਰਾ ਮਨ ਕਿੱਧਰ ਨੂੰ ਜਾਂਦਾ। ਸ਼ਬਦ ਸੁਣਦਿਆਂ, ਪਾਠ ਕਰਦਿਆਂ, ਬਾਣੀ ਪੜ੍ਹਦਿਆਂ ਪਤਾ ਹੀ ਨਹੀਂ ਲੱਗਦਾ ਬੰਦੇ ਨੂੰ ਵੀ ਮੇਰਾ ਮਨ ਕਿੱਧਰ ਨੂੰ ਤੁਰਿਆ ਹੋਇਆ। ਬੰਦਾ ਇਸੇ ਭੁਲੇਖੇ ਵਿੱਚ ਜ਼ਿੰਦਗੀ ਕੱਢ ਦਿੰਦਾ। ਕਹਿੰਦੇ ਤੈਨੂੰ ਇੰਨਾ ਤਾਂ ਪਤਾ ਲੱਗਣ ਲੱਗ ਗਿਆ ਨਾ ਵੀ ਮਨ ਇੱਧਰ ਨੂੰ ਜਾ ਰਿਹਾ, ਇੱਧਰ ਨੂੰ ਜਾ ਰਿਹਾ। ਮਨ ਦੀ ਗਤੀ, ਮਨ ਦੀ ਚਾਲ ਦਾ ਤੈਨੂੰ ਪਤਾ ਤਾਂ ਲੱਗ ਗਿਆ ਨਾ ਵੀ ਮਨ ਟਿਕਦਾ ਨਹੀਂ ਹੈ, ਮਨ ਇਕਾਗਰਤਾ ਦੇ ਵਿੱਚ, ਗੁਰ ਸ਼ਬਦ ਵਿੱਚ ਨਹੀਂ ਜੁੜਦਾ ਹੈ। ਪਹਿਲਾਂ ਤਾਂ ਤੈਨੂੰ ਇੰਨਾ ਵੀ ਗਿਆਨ, ਇੰਨੀ ਵੀ ਸੁੱਧ ਬੁੱਧ ਨਹੀਂ ਸੀ।
ਟਿਕਿਆ ਕੈ ਨਹੀਂ ਜਾਨ ਸਭ ਲੀਨੋ। ਇਹ ਤੂੰ ਜਾਣ ਲਿਆ ਨਾ ਸਾਰਾ ਕੁਛ ਇੰਨਾ ਚਿਰ ਅਭਿਆਸ ਕਰਕੇ ਕਿ ਇੰਨਾ ਸਮਾਂ ਟਿਕ ਗਿਆ, ਇੰਨਾ ਸਮਾਂ ਨਹੀਂ ਟਿਕਿਆ। ਇਹ ਵੀ ਤੈਨੂੰ ਗੁਰਸ਼ਬਦ ਦੀ ਕਮਾਈ ਕਰਕੇ ਗਿਆਨ ਪ੍ਰਾਪਤ ਹੋ ਗਿਆ ਹੈ। ਇਸ ਵਿਦ ਕੋ ਪੂਰਬ ਨਹਿ ਚੀਨੋ। ਇਹ ਬੇਦੀ ਦਾ ਇਸ ਮਨ ਦੀ ਹਾਲਤ ਦਾ ਇਸ ਤੋਂ ਪਹਿਲਾਂ ਤੂੰ ਨਹੀਂ ਗਿਆਨ ਸੀ, ਤੈਨੂੰ ਦੇਖਿਆ ਨਹੀਂ ਸੀ ਮਨ ਦੀ ਹਾਲਤ ਨੂੰ, ਤੂੰ ਜਾਣਦਾ ਹੀ ਨਹੀਂ ਸੀ ਇਸ ਤੋਂ ਪਹਿਲਾਂ। ਜਦੋਂ ਤੂੰ ਸਾਧਨ ਸ਼ੁਰੂ ਕੀਤਾ ਕਰਦਿਆਂ ਕਰਦਿਆਂ ਤੈਨੂੰ ਪਤਾ ਲੱਗਣ ਲੱਗ ਗਿਆ ਕਿ ਮਨ ਇੰਨਾ ਟਿਕਿਆ ਇੰਨਾ ਨਹੀਂ ਟਿਕਿਆ। ਇਸ ਤੋਂ ਪਹਿਲਾਂ ਤੂੰ ਇਸ ਹਾਲਤ ਨੂੰ ਮਨ ਦੀ ਨੂੰ ਜਾਣਦਾ ਹੀ ਨਹੀਂ ਸੀ। ਜਬ ਮਨ ਜਾਏ ਕਿਤਹਿ ਲਖ ਪਾਵੋ। ਮਹਾਰਾਜ ਕਹਿੰਦੇ ਜਦੋਂ ਹੁਣ ਸਾਧਨ ਦੱਸ ਰਹੇ ਆ ਜਿਹੜੇ ਉਹ ਬਚਨ ਉਹਨਾਂ ਨੂੰ ਦੱਸੇ ਇਹ ਸਾਨੂੰ ਦੱਸ ਰਹੇ ਆ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਇਹ ਆਪਣੇ ਪ੍ਰਥਾਏ ਸਾਰੀ ਕਥਾ ਹੋ ਰਹੀ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ। ਸਾਡੇ ਸਾਰਿਆਂ ਲਈ ਉਪਦੇਸ਼ ਹੈ। ਨਾਮ ਜਪਣ ਵਾਲੇ ਸਤਸੰਗੀਆਂ ਦੇ ਨਾਲ ਰੋਜ਼ ਇਹ ਕੁਝ ਵਾਪਰਦਾ, ਉਹੀ ਉੱਤਰ ਮਹਾਰਾਜ ਦੇ ਰਹੇ ਹੈ। ਮਹਾਰਾਜ ਕਹਿੰਦੇ ਜਦੋਂ ਦੇਖੋ ਨਾ ਕਿ ਮਨ ਬਾਹਰ ਨੂੰ ਜਾ ਰਿਹਾ ਹੈ, ਮਨ ਨਹੀਂ ਜੁੜਦਾ ਹੈ, ਤਬ ਤਿਸ ਮਿਥਿਆ ਵਸਤ ਦਿਖਾਵੋ। ਮਨ ਸਾਧ ਸੰਗਤ ਜੀ ਜਿਹੜਾ ਸਾਡਾ ਧਿਆਨ ਹੈ ਨਾ, ਧਿਆਨ ਕਿਸੇ ਨਾ ਕਿਸੇ ਵਸਤੂ ਤੇ ਜਾ ਕੇ ਟਿਕਦਾ। ਮਨ ਦਾ ਧੇ ਕੋਈ ਨਾ ਕੋਈ ਹੁੰਦਾ। ਉਹ ਜਿੱਥੇ ਤੱਕ ਵੀ ਮਨ ਦੌੜੇਗਾ ਨਾ ਕਿਸੇ ਨਾ ਕਿਸੇ ਧੇ ਉੱਤੇ ਜਾ ਕੇ ਮਨ ਲੱਗ ਜਾਂਦਾ। ਕਿਸੇ ਨਾ ਕਿਸੇ ਧੇ ਨਾਮ ਆਕਾਰ ਦਾ, ਆਕਾਰਾਂ ਉੱਤੇ ਵਸਤੂਆਂ ਉੱਤੇ। ਜੇ ਮੰਨ ਲਓ ਦੁਨੀਆ ਦੇ ਪਦਾਰਥ ਹੈ, ਇਹ ਵੀ ਇੱਕ ਵਸਤੂਆਂ ਹੀ ਹੈ ਨਾ। ਮਨ ਉੱਥੇ ਚਲਿਆ ਗਿਆ, ਹੁਣ ਆਹ ਛੱਡੀ ਦੂਜੀ ਨੂੰ ਦੇਖਣ ਲੱਗ ਗਿਆ, ਤੀਜੀ ਨੂੰ ਦੇਖਣ ਲੱਗ ਗਿਆ। ਮਹਾਰਾਜ ਕਹਿੰਦੇ ਜਿਨ੍ਹਾਂ ਵਸਤੂਆਂ ਨੂੰ ਮਨ ਦੇਖਦਾ ਨਾ ਤੇਰੇ ਕੋਲੋਂ ਬਾਹਰ ਜਾ ਕੇ, ਬਿਰਤੀ ਦੇ ਵਿੱਚੋਂ ਬਾਹਰ ਜਾ ਕੇ, ਤਾਂ ਤੂੰ ਮਨ ਨੂੰ ਇਹ ਨਿਸ਼ਚਾ ਕਰਾਇਆ ਕਰ ਮਨਾ ਇਹ ਵਸਤੂਆਂ ਮਿਥਿਆ ਨਾਸਵੰਤ ਹੈ, ਇਹ ਝੂਠੀਆਂ ਕਿਉਂ ਇਹਨਾਂ ਦੇ ਉੱਤੇ ਤੂੰ ਲੱਗਾ ਹੋਇਆ, ਇਹ ਸਦਾ ਨਹੀਂ ਰਹਿਣ ਵਾਲੀਆਂ। ਨਾਸਵੰਤ ਨਾਲ ਕਾਹਦਾ ਪਿਆਰ ਹੈ, ਝੂਠੀ ਵਸਤੂ ਨਾਲ ਕਾਹਦਾ ਪਿਆਰ ਹੈ ਜਿਹੜੀ ਕੋਲੇ ਨਹੀਂ ਰਹਿਣੀ, ਉਹਦੇ ਨਾਲ ਮੋਹ ਕਾਹਦਾ ਕਰਨਾ, ਕਾਹਦਾ ਪਿਆਰ ਕਰਨਾ ਉਹਦੇ ਨਾਲ। ਮਹਾਰਾਜ ਕਹਿੰਦੇ ਇਸ ਤਰ੍ਹਾਂ ਮਨ ਨੂੰ ਸਮਝਾਓ, ਮਨ ਨੂੰ ਅੰਦਰੋਂ ਗਿਆਨ ਦੀ ਇਹ ਸਿੱਖਿਆ ਦਿਓ ਕਿ ਹੇ ਮਨਾ ਇਹ ਸਾਰੀਆਂ ਮਿਥਿਆ ਵਸਤੂਆਂ ਹਨ, ਨਾਸਵੰਤ ਹਨ, ਜਿਹੜੀਆਂ ਤੂੰ ਦੇਖ ਦੇਖ ਕੇ ਪਰਚਦਾ ਹੈ। ਸੰਤ ਭਾਈ ਸੇਵਾਦਾਸ ਜੀ ਨੂੰ ਭਾਈ ਕਨ੍ਹਈਆ ਜੀ ਨੇ ਉਹਨਾਂ ਦੇ ਹਿਰਦੇ ਦਾ ਫੁਰਨਾ ਬੁੱਝ ਕੇ ਸਾਰੀ ਗੱਲ ਜਦੋਂ ਦੱਸੀ ਨਾ, ਉਹ ਭਾਈ ਕਨ੍ਹਈਆ ਜੀ ਨੂੰ ਕਹਿਣ ਲੱਗੇ ਮਹਾਰਾਜ ਤੁਸੀਂ ਅੰਤਰਜਾਮੀ ਹੋ, ਸਾਰੇ ਫੁਰਨੇ ਬੁੱਝ ਲੈਂਦੇ ਹੋ, ਚੰਗੇ ਮਾੜੇ ਮੈਂ ਨਹੀਂ ਤੁਹਾਡੇ ਕੋਲੇ ਰਹਿਣਾ। ਕਹਿੰਦੇ ਜੇ ਤੂੰ 500 ਕੋ ਵੀ ਇੱਥੋਂ ਚਲਿਆ ਜਾਵੇਂਗਾ ਫੇਰ ਕਿਹੜਾ ਅਸੀਂ ਬੁੱਝ ਨਹੀਂ ਸਕਦੇ, ਸਾਨੂੰ ਫੇਰ ਵੀ ਪਤਾ ਲੱਗ ਹੀ ਜਾਣਾ ਵੀ ਤੂੰ ਕੀ ਚਿਤਵਦਾ। ਕਹਿੰਦੇ ਮਨ ਦੀ ਗਤੀ ਇੰਨੀ ਤੇਜ਼ ਹੈ, ਬੰਦੂਕ ਦੀ ਗੋਲੀ ਵੀ ਇੰਨੀ ਤੇਜ਼ ਨਹੀਂ, ਹਵਾ ਦਾ ਵੇਗ ਵੀ ਇੰਨਾ ਤੇਜ਼ ਨਹੀਂ, ਆਕਾਸ਼ੀ ਬਿਜਲੀ ਵੀ ਇੰਨੀ ਤੇਜ਼ ਨਹੀਂ, ਸੂਰਜ ਦੀਆਂ ਕਿਰਨਾਂ ਵੀ ਇੰਨੀ ਤੇਜ਼ੀ ਨਾਲ ਧਰਤੀ 'ਤੇ ਨਹੀਂ ਡਿੱਗਦੀਆਂ ਜਿੰਨਾ ਮਨ ਇਹਨਾਂ ਸਾਰੀਆਂ ਵਸਤੂਆਂ ਨਾਲੋਂ ਤੇਜ਼ ਹੈ। ਇੰਨਾ ਚੰਚਲ ਹੈ, ਇੰਨੀ ਤੇਜ਼ ਰਫ਼ਤਾਰ ਹੈ ਮਨ ਦੀ। ਸਕਿੰਟ ਤਾਂ ਬਾਅਦ ਦੇ ਵਿੱਚ ਗੁਜ਼ਰਦਾ, ਅਮਰੀਕਾ ਵਿੱਚ ਪਹਿਲਾਂ ਚਲਿਆ ਜਾਂਦਾ ਮਨ, ਅਫਰੀਕਾ ਵਿੱਚ ਪਹਿਲਾਂ ਚਲਿਆ ਜਾਂਦਾ। ਇਹ ਮਨ ਦੀ ਇੰਨੀ ਤੀਬਰ ਗਤੀ ਹੈ। ਸੋ ਮਹਾਰਾਜ ਕਹਿੰਦੇ ਮਨ ਨੂੰ ਇਹ ਜਿੰਨੀਆਂ ਵਸਤੂਆਂ ਦੇ ਉੱਤੇ ਮਨ ਜਾ ਰਿਹਾ ਨਾ ਵੀ ਉਧਰ ਲੱਗਦਾ, ਨਾਮ ਨੂੰ ਛੱਡ ਕੇ ਭਗਤੀ ਨੂੰ ਸੇਵਾ ਨੂੰ ਦੌੜਦਾ ਫਿਰਦਾ ਨਾ ਮਨ, ਕਦੇ ਕਿਤੇ ਕਦੇ ਕਿਤੇ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤਤ ਕੋ ਜੀਓ, ਇਹ ਮੰਨ ਲਓ ਜੋ ਉਨਮਨ ਰਹਿਤ ਹੋ ਤੀਨ ਲੋਕ ਕੀ ਬਾਤੈ ਕਹੈ। ਮਨ ਸ਼ਕਤੀ ਦਾ ਵੀ ਖਜ਼ਾਨਾ ਜੇ ਇਕਾਗਰ ਹੋ ਜਾਏ ਫਿਰ ਇਹ ਤੋਂ ਵੱਡੀ ਸ਼ਕਤੀ ਹੋਰ ਕੋਈ ਨਹੀਂ ਹੈ। ਸੋ ਕਹਿੰਦੇ ਇਹਨੂੰ ਮਿਥਿਆ ਵਸਤੂਆਂ ਦਿਖਾ ਦਿਖਾ ਕੇ ਇਹਨੂੰ ਰੋਕਣਾ ਵੀ ਨਾ ਭਾਈ ਤੂੰ ਉਧਰ ਨਾ ਲਾਗੇ, ਤੇਰੇ ਪਾਸ ਸਦਾ ਨਹੀਂ ਰਹਿਣ ਵਾਲੀਆਂ ਹਨ। ਬਹੁਰ ਮੋਰ ਕਰ ਸ਼ਬਦ ਮਿਲਾਵੋ। ਉੱਥੋਂ ਮੋੜਿਆ ਕਰੋ, ਮੋੜ ਮੋੜ ਕੇ ਫਿਰ ਸ਼ਬਦ ਵਿੱਚ ਜੋੜ ਲਿਆ ਕਰੋ। ਇਹਨੂੰ ਨਿਧਿਆਸਣ ਕਿਹਾ ਜਾਂਦਾ ਹੈ। ਮਨ ਨੂੰ ਬਾਰ-ਬਾਰ ਮੋੜਨਾ ਇਹ ਨਿਧਿਆਸਣ ਦੀ ਅਵਸਥਾ ਹੈ। ਜਪਜੀ ਸਾਹਿਬ 4 ਪੌੜੀਆਂ ਸਰਵਣ ਦੀਆਂ, 4 ਪੌੜੀਆਂ ਮੰਨਣ ਦੀਆਂ, 5 ਪ੍ਰਵਾਨ ਵਾਲੀ 1 ਪੌੜੀ ਨਿਧਿਆਸਣ ਦੀ ਹੈ। ਇਹ ਸਾਧਨਾ ਦੀ ਵੀ ਮਨ ਨੂੰ ਜਿਹੜਾ ਬਾਹਰ ਜਾ ਰਿਹਾ ਉਹਨੂੰ ਬਾਰ-ਬਾਰ ਮੋੜ ਕੇ ਗੁਰ ਸ਼ਬਦ ਵਿੱਚ ਲਾਉਣਾ ਹੈ। ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਉਹ ਮਨ ਹੋੜੀ ਹੈ।
ਗੁਰ ਸ਼ਬਦ ਨਾਲ ਹੋੜਨਾ, ਮੋੜਨਾ, ਰੋਕਣਾ। ਇਉਂ ਇਸ ਮਨ ਨੂੰ ਗੁਰ ਸ਼ਬਦ ਵਿੱਚ ਜੋੜ ਲੈਣਾ, ਫਿਰ ਧਿਆਨ ਉੱਥੇ, ਫਿਰ ਉੱਥੇ ਨਿਕਲਦਾ, ਫਿਰ ਮੋੜ ਮੋੜ ਕੇ ਬਾਰ-ਬਾਰ ਧਿਆਨ ਕੀ ਉੱਥੇ ਸ਼ਬਦ ਵਿੱਚ। ਵਾਹਿਗੁਰੂ ਕਿਹਾ ਤਾਂ ਵਾਹਿਗੁਰੂ ਸੁਣੋ, ਮੂਲ ਮੰਤਰ ਕਿਹਾ ਮੂਲ ਮੰਤਰ ਵਿੱਚ। ਇਹਦਾ ਇੱਕ ਹੋਰ ਸੁਖੈਨ ਸਾਧਨ ਹੈ। ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਤੋਂ ਪੁੱਛਿਆ ਸੀ ਵੀ ਮਨ ਛੇਤੀ ਇਕਾਗਰ ਕਿਵੇਂ ਹੋਵੇ। ਮਹਾਂਪੁਰਖ ਕਹਿੰਦੇ ਪਹਿਲਾਂ ਗੁਰਬਾਣੀ ਸ਼ੁੱਧ ਹੋਵੇ, ਦੂਜਾ ਗੁਰਬਾਣੀ ਦਾ ਅਭਿਆਸ ਹੋਵੇ, ਤੀਜਾ ਗੁਰਬਾਣੀ ਦੇ ਅਰਥਾਂ ਦਾ ਗਿਆਨ ਹੋਵੇ। ਕਹਿੰਦੇ ਅਰਥ ਦੇ ਵਿੱਚ ਮਨ ਨੂੰ ਜੋੜ ਦਿਓ, ਕਹਿੰਦੇ ਮਨ ਛੇਤੀ ਇਕਾਗਰ ਹੋ ਜਾਏਗਾ। ਇਹ ਬਹੁਤ ਸੌਖਾ ਸਾਧਨ ਹੈ। ਜੋ ਗੁਰਬਾਣੀ ਦਾ ਭਾਵ ਅਰਥ ਹੈ ਉਸ ਵਿੱਚ ਮਨ ਨੂੰ ਜੋੜਨਾ, ਲਾ ਦੇਣਾ। ਇਸ ਕਰਕੇ ਮਨ ਨੂੰ ਗੁਰ ਸ਼ਬਦ ਦੇ ਵਿੱਚ ਬਾਰ-ਬਾਰ ਮੇਲਣਾ ਹੈ, ਮਿਲਾਉਣਾ ਹੈ। ਜੇ ਚੱਲ ਜਾਵੇ ਫੇਰ ਹਟਾਵੋ, ਜੇ ਫੇਰ ਵੀ ਜਾਂਦਾ ਮੁੜ ਮੁੜ ਕੇ ਫੇਰ ਉਹਨੂੰ ਰੋਕੋ। ਉਸ ਪਾਸੇ ਗਲਤ ਪਾਸੇ ਜਾਣ ਤੋਂ ਮਾਪੇ ਰੋਕਦੇ ਆ ਨਾ ਵੀ ਨਹੀਂ ਜਾਣਾ ਇੱਧਰ, ਇਹਦਾ ਰਿਜ਼ਲਟ ਮਾੜਾ ਹੈ। ਮਨ ਨੂੰ ਵੀ ਇਸ ਤਰ੍ਹਾਂ ਸਮਝਾਉਣਾ, ਸਿੱਖਿਆ ਦੇਣੀ ਹੈ। ਜਿਮ ਅਰੀਅਲ ਅਸ ਕੋ ਅਸਵਾਰ, ਐਵੇਂ ਹੀ ਅਗਲਾ ਦ੍ਰਿਸ਼ਟਾਂਤ ਦੇ ਰਹੇ। ਅਗਲਾ ਕਹਿੰਦੇ ਜਿਵੇਂ ਅੜੀਅਲ ਘੋੜਾ ਹੁੰਦਾ ਨਾ, ਜਿਹੜਾ ਅੜੀਅਲ ਘੋੜੇ ਦਾ ਸਵਾਰ ਹੁੰਦਾ ਹੈ ਸਿਆਣਾ, ਸਨਾ ਸਨਾ ਤਹ ਅਗਰ ਦਿਖਾਰ। ਉਹ ਅੜੀਅਲ ਘੋੜਾ ਆਪਣੀ ਅੜਵਾਈ ਕਰਦਾ, ਆਪਣੀ ਮਰਜ਼ੀ ਨਾਲ ਚੱਲਦਾ। ਫਿਰ ਸਿਆਣਾ ਸਵਾਰ ਜਿਹੜਾ ਹੁੰਦਾ ਨਾ, ਉਹ ਘੋੜੇ ਨੂੰ ਅਗਲਾ ਰਸਤਾ ਹੌਲੀ ਹੌਲੀ ਦਿਖਾ ਕੇ ਮੋਰ ਬਹੁਰ ਬਾਗਨ ਕੋ ਫੇਰੇ, ਬਾਗਾਂ ਖਿੱਚ ਕੇ ਫੇਰ ਮੋੜਦਾ। ਘੋੜਾ ਜਿੱਧਰ ਨੂੰ ਮਰਜ਼ੀ ਤੁਰ ਜਾਂਦਾ ਨਾ, ਅਸਲੀ ਰਸਤੇ ਤੇ ਪਾਉਣ ਵਾਸਤੇ, ਅਸਲੀ ਸਿੱਖਿਆ ਦੇਣ ਵਾਸਤੇ, ਉਹਨੂੰ ਸਮਝਾਉਣ ਵਾਸਤੇ, ਪੂਰਾ ਤਿਆਰ ਕਰਨ ਵਾਸਤੇ ਕਿ ਸਵਾਰ ਦੇ ਇਸ਼ਾਰੇ ਨੂੰ ਸਮਝੇ ਜਾਨਵਰ, ਉਹਨੂੰ ਫੇਰ ਅੱਗੇ ਹੌਲੀ ਹੌਲੀ ਤੁਰ ਕੇ ਲੈ ਕੇ ਜਾਂਦਾ, ਫੇਰ ਉਹਨੂੰ ਮੋੜ ਕੇ ਲਿਆਉਂਦਾ, ਫੇਰ ਮੋੜ ਮੋੜ ਕੇ ਲਿਆਉਂਦਾ, ਸਹੀ ਰਸਤਾ ਦਿਖਾਉਂਦਾ ਹੈ। ਫੇਰ ਫੇਰ ਨਿਜ ਮਰਜ਼ੀ ਪ੍ਰੇਰ ਹੈ, ਆਪਣੀ ਮਰਜ਼ੀ ਨਾਲ ਗੇੜੇ ਦੇ ਦੇ ਕੇ ਪ੍ਰੇਰਦਾ, ਉਹਨੂੰ ਸਮਝਾਉਂਦਾ, ਸੁਸਿੱਖਿਅਤ ਕਰਦਾ, ਉਹਨੂੰ ਸਿੱਖਿਆ ਦਿੰਦਾ ਹੈ। ਭਾਵ ਉਹਨੂੰ ਤਿਆਰ ਕਰਦਾ ਵੀ ਆਪਣੇ ਸਵਾਰ ਦੇ ਫੁਰਨੇ ਨਾਲ ਚੱਲਣਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਘੋੜੇ ਜਿਹੜੇ ਸਨ, ਮਹਾਰਾਜ ਦੇ ਫੁਰਨਿਆਂ ਨਾਲ ਹੀ ਸੇਵਾ ਕਰਦੇ ਸਨ। ਜਦੋਂ ਭੁੱਚੋ ਨਗਰ ਦੇ ਵਿੱਚ ਘੋੜਾ ਮਹਾਰਾਜ ਦਾ ਗਿਆ, ਪਿਆਸ ਬੜੀ ਲੱਗੀ ਸੀ, ਬਾਹਰਲੇ ਪਾਸੇ ਜਲ ਦਾ ਤਲਾਅ, ਬੜਾ ਨਿਰਮਲ ਸ਼ੁੱਧ ਜਲ। ਹੁਣ ਤਾਂ ਸਾਧ ਸੰਗਤ ਜੀ ਛੱਪੜ ਜਿਹੜੇ ਸੀ ਇਹ ਸਾਡੇ ਪਾਣੀ ਦਾ, ਨਿਰਮਲ ਪਾਣੀ ਦਾ ਸੋਮਾ ਸਨ। ਪਿੰਡਾਂ ਵਿੱਚ ਪਾਣੀ ਜਮ੍ਹਾਂ ਕੀਤਾ ਜਾਂਦਾ ਸੀ ਬਰਸਾਤਾਂ ਦਾ, ਕਿ ਪਸ਼ੂਆਂ ਨੂੰ ਪਿਆਵਾਂਗੇ, ਘਰਾਂ ਵਿੱਚ ਵਰਤਿਆ ਕਰਾਂਗੇ। ਇਹ ਪਾਣੀ ਦੇ ਸੋਮੇ ਸਨ ਸਾਡੇ। ਪਰ ਅਸੀਂ ਕੀ ਕੀਤਾ, ਸਾਰੇ ਪਿੰਡ ਦੀਆਂ ਗੰਦਗੀਆਂ ਛੱਪੜਾਂ 'ਚ ਪਾਉਣ ਲੱਗ ਗਏ, ਇਹਨਾਂ ਤਲਾਵਾਂ 'ਚ ਪਾਉਣ ਲੱਗ ਗਏ। ਅਤੇ ਉਹਦੇ ਭਿਆਨਕ ਰਿਜ਼ਲਟ ਕੀ ਹੈ, ਬਿਮਾਰੀਆਂ ਸਾਨੂੰ ਹੀ ਆ ਕੇ ਲੱਗ ਰਹੀਆਂ। ਉਹ ਜਿਹੜੀ ਗੰਦਗੀ ਹੱਥੀਂ ਪਾਈ ਹੈ ਨਾ, ਉਹ ਦੁਬਾਰਾ ਮੁੜ ਮੁੜ ਕੇ ਉਹਦਾ ਅਸਰ ਸਾਡੇ ਉੱਤੇ ਹੀ ਆ ਰਿਹਾ। ਕਿੰਨੀਆਂ ਨਾਮਰਾਦ ਬਿਮਾਰੀਆਂ ਸਾਨੂੰ ਲੱਗ ਰਹੀਆਂ। ਪਾਣੀਆਂ ਦੇ ਸੋਮਿਆਂ ਨੂੰ ਬਚਾਈਏ, ਆਪਾਂ ਨਿਰਮਲ ਰੱਖੀਏ, ਇਹਨਾਂ ਨੂੰ ਪਵਿੱਤਰ ਰੱਖੀਏ, ਸਾਫ਼ ਰੱਖੀਏ। ਭਾਈ ਜਿਹੜੇ ਛੱਪੜ ਹੈ ਉਹਨਾਂ ਦੀਆਂ ਸਫਾਈਆਂ ਕਰੀਏ, ਉਹਨੂੰ ਪੱਕਿਆਂ ਕਰਕੇ ਉਹਨਾਂ ਦਾ ਪਾਣੀ ਫਿਲਟਰ ਦੇ ਨਾਲ ਸ਼ੁੱਧ ਕਰਕੇ ਉਹਨੂੰ ਸਾਫ਼ ਰੱਖਣਾ ਚਾਹੀਦਾ। ਇਹ ਯਤਨ ਆਉਣ ਵਾਲੇ ਸਮੇਂ 'ਚ ਕਰਨੇ ਪੈਣੇ ਆ। ਨਹੀਂ ਪਹਿਲਾ ਪਾਣੀ ਜੀਓ ਹੈ, ਜਿੱਤ ਹਰਿਆ ਸਭ ਕੋਈ ਨਹੀਂ, ਬਚਣਾ ਨਹੀਂ ਲੋਕਾਂ ਨੇ। ਇਹ ਮਹਾਰਾਜ ਨੇ ਪਹਿਲਾਂ ਹੀ ਸਾਨੂੰ ਸਿੱਖਿਆ ਦਿੱਤੀ ਹੋਈ ਹੈ। ਪੌਣ ਗੁਰੂ ਪਾਣੀ ਪਿਤਾ, ਪਾਣੀ ਨੂੰ ਪਿਤਾ ਦਾ ਦਰਜਾ ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਨੇ ਦਿੱਤਾ। ਜਿਵੇਂ ਪਿਤਾ ਦਾ ਅਦਬ ਕਰੀਦਾ ਨਾ, ਸਤਿਕਾਰ ਕਰੀਦਾ, ਮਹਾਰਾਜ ਕਹਿੰਦੇ ਪਾਣੀ ਦਾ ਇੱਦਾਂ ਸਤਿਕਾਰ ਕਰਿਆ ਕਰ, ਪਾਣੀ ਦਾ ਇੱਦਾਂ ਮਾਣ ਕਰਿਆ ਕਰ, ਪਾਣੀ ਦੇ ਨਾਲ ਨਜਾਇਜ਼ ਨਾ ਕਰ, ਪਾਣੀ ਵਿੱਚ ਗੰਦਗੀ ਨਾ ਸਿੱਟ। ਬਾਹਰਲੇ ਮੁਲਕਾਂ ਦਾ ਪਾਣ ਪਾਉਣੀ ਕਿਉਂ ਠੀਕ ਹੈ? ਉੱਥੇ ਸਾਧ ਸੰਗਤ ਜੀ ਪਿੰਡਾਂ ਦੀ, ਸ਼ਹਿਰਾਂ ਦੀ ਗੰਦਗੀ ਦਾ ਇੱਕ ਕਿਣਕਾ ਵੀ ਨਦੀਆਂ ਦਰਿਆਵਾਂ ਵਿੱਚ ਨਹੀਂ ਪਾਇਆ ਜਾਂਦਾ, ਇੱਕ ਕਿਣਕਾ ਵੀ। ਉਹਨੂੰ ਸਾਰੇ ਨੂੰ ਭਸਮ ਕਰਨ ਦੇ ਉਹਨਾਂ ਦੇ ਵੱਖਰੇ ਕੈਮੀਕਲ ਹੈ। ਕੱਲਾ ਤੁਹਾਡਾ ਕਸੂਰ ਨਹੀਂ, ਸਰਕਾਰਾਂ ਦਾ ਵੀ ਕਸੂਰ ਹੈ ਇਹਦੇ ਵਿੱਚ। ਸਰਕਾਰਾਂ ਵੀ ਪੂਰੇ ਮਦਦ ਨਹੀਂ ਕਰ ਰਹੀਆਂ। ਸਰਕਾਰਾਂ ਨੂੰ ਚਾਹੀਦਾ ਇਸ ਬੰਨੇ ਧਿਆਨ ਦੇਵੇ, ਪਾਣੀ ਦੇ ਸੋਮਿਆਂ ਨੂੰ ਸਵੱਛ ਕਰਨ ਲਈ। ਗੰਗਾ ਸਭ ਤੋਂ ਪਵਿੱਤਰ ਨਦੀ ਮੰਨੀ ਹੈ ਹਿੰਦੁਸਤਾਨ ਦੇ ਵਿੱਚ। ਸਾਰੀ ਦੁਨੀਆ ਦਾ ਗੰਦ ਗੰਗਾ ਵਿੱਚ ਪਾਇਆ। ਦਾਅਵੇ ਕਰਕੇ ਗੰਗਾ ਨੂੰ ਸਾਫ਼ ਕਰ ਦਿਆਂਗੇ, ਇੰਨੇ ਸਾਲਾਂ ਵਿੱਚ ਵੋਟਾਂ ਲੈ ਲਈਆਂ, ਰਾਜ ਵੀ ਕਰ ਲਿਆ, ਤੇ ਗੰਗਾ ਦੀ ਗੰਦਗੀ ਉੱਥੇ ਦੀ ਉੱਥੇ। ਭਾਵ ਨਦੀਆਂ ਦਰਿਆਵਾਂ ਦਾ ਇਹ ਹਾਲ ਕੀਤਾ ਪਿਆ। ਅਸੀਂ ਸਰਕਾਰਾਂ ਵੀ ਧਿਆਨ ਨਹੀਂ ਦੇ ਰਹੀਆਂ।
ਸਰਕਾਰਾਂ ਸਾਡੀ ਮੌਤ ਦਾ ਕਾਰਨ ਬਣ ਰਹੀਆਂ, ਉਹਨਾਂ ਦਾ ਵੇਸਲਾਪਣ ਵੀ ਤੇ ਉਹਨਾਂ ਦਾ ਮਾਇਆ ਦੇ ਲੋਭ ਲਾਲਚ ਵਿੱਚ ਹੀ ਫਸੇ ਹੋਏ ਹੈ। ਔਰ ਸਾਧ ਸੰਗਤ ਜੀ, ਜਦੋਂ ਕਿਸੇ ਦੇ ਘਰ ਨੂੰ ਅੱਗ ਲਾਈਏ ਤਾਂ ਆਪਣੇ ਘਰ ਨੂੰ ਪਹਿਲਾਂ ਲੱਗਦੀ ਹੈ। ਇਹਨਾਂ ਲੋਕਾਂ ਨੇ ਵੀ ਇਸੇ ਅੱਗ ਵਿੱਚ ਝੁਲਸਣਾ। ਜੇ ਲੋਕਾਂ ਦਾ ਖਿਆਲ ਨਹੀਂ ਕਰਨਗੇ ਤਾਂ ਇਹਨਾਂ ਨੇ ਵੀ ਉਵੇਂ ਹੀ ਮਰਨਾ ਜਿਵੇਂ ਲੋਕਾਂ ਨੂੰ ਮਾਰ ਰਹੇ ਆ। ਇਸ ਕਰਕੇ ਭਾਈ ਆਪਣੀ ਗਲਤੀ ਹੈ, ਆਪਾਂ ਵੇਸਲੇ ਬਹੁਤ ਹੈ, ਆਵਾਜ਼ ਨਹੀਂ ਉਠਾਉਂਦੇ, ਉੱਠ ਕੇ ਤਕੜੇ ਹੋ ਕੇ ਨਹੀਂ ਤੁਰਦੇ। ਸਾਡਾ ਫਰਜ਼ ਹੈ ਤਕੜੇ ਹੋ ਕੇ ਇਹਨਾਂ ਗੱਲਾਂ 'ਤੇ ਪਹਿਰਾ ਦਈਏ, ਪੌਣ ਪਾਣੀ ਨੂੰ ਸਵੱਛ ਰੱਖੀਏ, ਤਾਂ ਕਿ ਸਾਡਾ ਆਉਣ ਵਾਲੀਆਂ, ਚਲੋ ਜਿਹੜੇ ਪਿੱਛੇ ਜਾਂ ਹੁਣ ਵਰਤਮਾਨ ਸਮੇਂ 'ਚ ਤਕਲੀਫਾਂ ਨਾਲ ਆਪਾਂ ਜੂਝ ਰਹੇ ਹਾਂ, ਸਾਡੇ ਬੱਚੇ ਤਾਂ ਨਾ ਜੂਝਣ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਤਾਂ ਆਪਾਂ ਬਚਾ ਲਈਏ ਜਿਵੇਂ ਵੀ ਬਚਾ ਸਕਦੇ ਹਾਂ, ਉਹਨਾਂ ਦਾ ਹੀ ਭਵਿੱਖ ਰੌਸ਼ਨ ਕਰ ਦਈਏ। ਸਿਆਣੇ ਬਜ਼ੁਰਗਾਂ ਨੂੰ ਕਿਸੇ ਨੇ ਕਹਿਣਾ ਅੰਬ ਕਿਉਂ ਲਾਇਆ, ਤੂੰ ਕਿਹੜਾ ਚੂਪਣਾ, ਅੰਬ ਕਈ ਸਾਲਾਂ ਬਾਅਦ ਫਲ ਦਿੰਦਾ। ਉਹਨੇ ਉੱਤਰ ਦੇਣਾ, ਭਲਿਆ ਮੈਂ ਨਹੀਂ ਚੂਪਾਂਗਾ, ਮੇਰਾ ਪੋਤਾ ਚੂਪੇਗਾ, ਮੇਰੇ ਪੜੋਤਰੇ ਚੂਪਣਗੇ, ਕੋਈ ਤਾਂ ਚੂਪੂਗਾ ਨਾ। ਜੇ ਮੈਂ ਲਾਇਆ ਹੀ ਨਹੀਂ ਤਾਂ ਚੂਪੂਗਾ ਕੌਣ? ਮੇਰੇ ਬਜ਼ੁਰਗਾਂ ਨੇ ਲਾਇਆ ਸੀ, ਮੈਂ ਚੂਪ ਰਿਹਾ, ਜੇ ਮੈਂ ਲਾਊਂ ਅੱਗੇ ਮੇਰੇ ਪੁੱਤ ਪੋਤਰੇ ਚੂਪਣਗੇ। ਇਹ ਪਰਉਪਕਾਰ ਦੀ ਭਾਵਨਾ ਦਾ ਇੱਕ ਸਿਆਣੇ ਬਜ਼ੁਰਗਾਂ ਦੇ ਵਿੱਚ ਸੰਕਲਪ ਹੁੰਦਾ ਸੀ। ਸੰਕਲਪ ਪੈਦਾ ਕਰੀਏ ਮਨ ਵਿੱਚ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ, ਨਸਲਾਂ ਨੂੰ ਬਚਾਈਏ। ਇਸ ਕਰਕੇ ਭਾਈ ਆਪਾਂ ਨੂੰ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ। ਫੇਰ ਨਿਜ ਮਰਜ਼ੀ ਪ੍ਰੇਰਨਾ ਦੇਣੀ। ਉਹ ਘੋੜੇ ਨੂੰ ਸਿਖਾਉਂਦਾ ਵੀ ਗਲਤ ਪਾਸੇ ਨਾ ਜਾ। ਉਹਨੂੰ ਦੇਖੋ, ਮੈਂ ਗੱਲ ਕਰ ਰਿਹਾ ਸੀ ਭੁੱਚੋ ਨਗਰ ਦੇ ਵਿੱਚ, ਜਦੋਂ ਘੋੜਾ ਗਿਆ, ਘੋੜੇ ਨੂੰ ਪਿਆਸ ਲੱਗੀ। ਛੱਪੜ ਦਾ ਜਲ ਇੰਨਾ ਸਾਫ਼ ਕਿ ਸ਼ੀਸ਼ੇ ਵਾਂਗੂ ਮੂੰਹ ਦਿਸਦਾ, ਪਰ ਘੋੜਾ ਗੋਡੇ ਗੋਡੇ ਪਾਣੀ ਵਿੱਚ ਜਾ ਕੇ ਵਾਪਸ ਮੁੜਿਆ, ਪਾਣੀ ਨਹੀਂ ਪੀਤਾ। ਸਿੱਖਾਂ ਨੇ ਮਹਾਰਾਜ ਜੀ ਨੂੰ ਕਿਹਾ, ਕਲਗੀਧਰ ਪਾਤਸ਼ਾਹ ਨੂੰ, ਮਹਾਰਾਜ ਘੋੜੇ ਨੇ ਪਾਣੀ ਕਿਉਂ ਨਹੀਂ ਪੀਤਾ? ਮਹਾਰਾਜ ਕਹਿੰਦੇ ਇੱਥੇ ਦਿਆਲਦਾਸ ਨਗੋਰਾ ਮਸੰਦ ਰਹਿੰਦਾ, ਨਗੋਰੇ ਬੰਦੇ ਦੀ ਜੂਠ ਆ ਗਈ ਹੈ ਇਸ ਘਰ ਦੇ ਵਿੱਚੋਂ, ਚਲਦੀ ਚਲਦੀ ਛੱਪੜ ਵਿੱਚ ਪਾਣੀ ਦੀ ਅੰਸ਼। ਸਾਡੇ ਘੋੜੇ ਨੂੰ ਪਤਾ ਲੱਗ ਗਿਆ ਨਗੋਰਿਆਂ ਦੀ ਜੂਠ ਹੈ ਇਹਦੇ ਵਿੱਚ, ਇਸ ਕਰਕੇ ਮੈਂ ਨਹੀਂ ਇੱਥੋਂ ਦਾ ਪਾਣੀ ਪੀਣਾ। ਇੰਨੇ ਸਿਆਣੇ ਜਾਨਵਰ ਹੋ ਜਾਂਦੇ ਹੈ। ਗੁਰੂ ਸਾਹਿਬ ਦੇ ਘੋੜੇ ਤਾਂ ਮਨ ਦੇ ਵੇਗ ਨਾਲ ਚੱਲਦੇ ਸਨ, ਭਾਵ ਗੁਰੂ ਸਾਹਿਬ ਜੋ ਫੁਰਨਾ ਕਰਦੇ ਉਧਰ ਨੂੰ ਜਾਂਦੇ ਸਨ। ਤੀਜੇ ਪਾਤਸ਼ਾਹ ਜਦੋਂ ਗੋਇੰਦਵਾਲ ਸਾਹਿਬ ਤੋਂ ਦਾਤੂ ਨੇ ਮਹਾਰਾਜ ਜੀ ਦੇ ਲੱਕ ਵਿੱਚ ਆ ਕੇ ਲੱਤ ਮਾਰੀ, ਪੈਰ ਮਾਰਿਆ, ਸਿੰਘਾਸਨ ਤੋਂ ਡਿੱਗ ਪਏ। ਤੀਜੇ ਪਾਤਸ਼ਾਹ ਕਿੰਨੀ ਨਿਮਰਤਾ, ਉੱਠ ਕੇ ਚਰਨ ਫੜ ਲਿਆ। ਕਹਿੰਦੇ ਤੁਸੀਂ ਗੁਰੂ ਅੰਗਦ ਦੇਵ ਜੀ ਦੇ ਸਾਹਿਬਜ਼ਾਦੇ ਹੋ, ਇੰਨਾ ਕੋਮਲ ਸਰੀਰ ਹੈ, ਮੇਰੇ ਹੱਡ ਬੜੇ ਕਰੜੇ ਆ, ਤੁਹਾਨੂੰ ਖੇਦ ਲੱਗਾ, ਦੁੱਖ ਲੱਗਾ, ਸੱਟ ਲੱਗੀ ਹੈ, ਮੈਨੂੰ ਬਖਸ਼ ਦਿਓ। ਤੁਸੀਂ ਗੁਰੂ ਮਹਾਰਾਜ ਦੇ ਸਾਹਿਬਜ਼ਾਦੇ, ਮੈਨੂੰ ਪਹਿਲਾ ਨਗਰ ਤੋਂ ਬਾਹਰ ਆ ਕੇ ਤੁਹਾਡਾ ਸਤਿਕਾਰ ਕਰਨਾ ਚਾਹੀਦਾ ਸੀ। ਕਹਿੰਦਾ ਬਾਹਰ ਨਿਕਲ ਜਾਓ ਹੁਣੇ ਹੀ, ਇੱਥੇ ਨਹੀਂ ਤੁਸੀਂ ਰਹਿ ਸਕਦੇ, ਸਾਖੀ ਲੰਮੀ ਆ। ਮਹਾਰਾਜ ਚਲੇ ਗਏ ਬਾਸਰ ਕੇ, ਜਿੱਥੇ ਗੁਰਦੁਆਰਾ ਸੰਨ ਸਾਹਿਬ, ਇੱਥੇ ਮਹਾਰਾਜ ਦਰਵਾਜ਼ਾ ਬੰਦ ਕਰਕੇ ਅੰਦਰ ਬੈਠ ਕੇ ਸਿਮਰਨ ਵਿੱਚ। ਸਿੱਖ ਲੱਭਦੇ ਨਹੀਂ। ਬਾਬਾ ਬੁੱਢਾ ਜੀ ਨੂੰ ਪੁੱਛਿਆ ਵੀ ਮਹਾਰਾਜ ਤੁਹਾਨੂੰ ਗੁਰੂ ਨਾਨਕ ਸਾਹਿਬ ਦੇ ਬਚਨ ਸੀ, ਬੁੱਢਿਆ ਤਾਂ ਇੱਥੋਂ ਓਲੇ ਨਾ ਹੋਸਾਂ, ਵੀ ਤੇਰੇ ਤੋਂ ਸਾਡਾ ਸਰੂਪ ਕਦੇ ਗੁਪਤ ਨਹੀਂ ਰਹੇਗਾ ਜਿੰਨਾ ਚਿਰ ਤੁਹਾਡਾ ਸਰੀਰ ਰਹੇਗਾ, ਤੁਸੀਂ ਦੱਸੋ। ਬਾਬਾ ਜੀ ਕਹਿੰਦੇ ਮਹਾਰਾਜ ਦੀ ਘੋੜੀ ਜਿਹੜੀ ਹੈ ਉਹ ਸਤਿਗੁਰੂ ਜੀ ਦਾ ਸਵਾਰ ਹੈ, ਮਹਾਰਾਜ ਉਹਦੀ ਸਵਾਰੀ ਕਰਦੇ, ਉਹਨੂੰ ਪਤਾ ਆਪਾਂ ਘੋੜੀ ਨੂੰ ਅੱਗੇ ਲਾ ਲਈਏ। ਸੰਗਤ ਮਗਰ ਕੀਰਤਨ ਕਰਦੀ ਤੁਰ ਪਈ, ਘੋੜੀ ਅੱਗੇ ਲਾ ਲਈ। ਘੋੜੀ ਸੰਨ ਸਾਹਿਬ ਜਿੱਥੇ ਗੁਰਦੁਆਰਾ, ਇਸ ਕੱਚੇ ਕੋਠੇ ਅੱਗੇ ਜਾ ਕੇ ਖੜੋ ਗਈ ਤੇ ਮਹਾਰਾਜ ਸਾਹਿਬ ਦੀ ਸਵਾਰੀ ਨੇ ਲੱਭ ਕੇ ਦੇਤਾ ਤੀਜੇ ਪਾਤਸ਼ਾਹ ਜੀ ਨੂੰ। ਐਸੇ ਵੀ ਇਹ ਬੜੇ ਗੁਣਵਾਨ ਇਹ ਜਾਨਵਰ ਹੁੰਦੇ ਆ ਘੋੜੇ। ਸੋ ਰਹੋ ਵਿਚਾਰ, ਕਹਿੰਦੇ ਆਪਣੀ ਮਰਜ਼ੀ ਨਾਲ ਫੇਰ ਕੇ ਉਹਨੂੰ ਤਿਆਰ ਕਰਨਾ, ਉਹਨੂੰ ਸਿਖਾਉਣਾ, ਮੋੜ ਕੇ ਕਰਹਿ ਸੁਧਾਰਨ ਹਿਤ ਕੋ ਦਹਿ। ਬਹੁਤ ਹਿਤ ਪਿਆਰ ਦੇ ਕੇ, ਪਿਆਰ ਨਾਲ ਦੇ ਕੇ ਸਮਝਾ ਕੇ ਉਹਨੂੰ ਐਨ ਸੁਧਾਰ ਲੈਂਦੇ ਆ, ਭਾਵ ਤਿਆਰ ਕਰ ਲੈਂਦੇ ਆ। ਸਿਆਣੇ ਸਵਾਰ ਘੋੜਿਆਂ ਨੂੰ ਅਰਹਿ ਜੈ ਤਰਾਸ ਤਾਹੇ ਉਪਜੈ ਹੈ। ਇਹ ਘੋੜਾ ਅੜ ਜਾਏ ਫਿਰ ਉਹਨੂੰ ਡਰ ਵੀ ਦਿਖਾਉਂਦੇ ਆ, ਡਰਾ ਕੇ ਉਹਨੂੰ ਐਨ ਫਿਰ ਉਹਨੂੰ ਸਮਝਾ ਲੈਂਦੇ ਹਨ। ਇਸ ਬਿਦ ਫੇਰ ਮਨ ਜੋਰ ਹੋ। ਇਵੇਂ ਕਹਿੰਦੇ ਮਨ ਨੂੰ ਵੀ ਪ੍ਰੇਮ ਵੀ ਕਰਨਾ ਤੇ ਇਹਨੂੰ ਤਾੜਨਾ ਵੀ ਕਰਨੀ ਹੈ। ਇਹਨੂੰ ਮੋੜ ਕੇ ਗੁਰ ਸ਼ਬਦ ਵਿੱਚ ਜੋੜਨਾ ਹੈ। ਜਿਵੇਂ ਚੰਗਾ ਸਵਾਰ ਘੋੜੇ ਨੂੰ ਐਨ ਚੰਗੀ ਤਰ੍ਹਾਂ ਤਿਆਰ ਕਰ ਲੈਂਦਾ, ਤਿਆਰ ਕੀ ਕਰਦਾ,
ਆਪਣੀ ਇੱਛਾ ਨਾਲ ਆਪਣੇ ਫੁਰਨੇ ਨਾਲ ਫਿਰ ਉਹਦੇ ਤੇ ਸਵਾਰੀ ਕਰਕੇ ਉਹਨੂੰ ਚਲਾਉਂਦਾ। ਇਵੇਂ ਗੁਰਸਿੱਖ ਆਪਣੇ ਮਨ ਨੂੰ ਆਪਣੀ ਇੱਛਾ ਨਾਲ ਚਲਾਉਂਦੇ ਆ। ਜੇ ਇੱਛਾ ਹੁੰਦੀ ਹੈ ਤਾਂ ਫੁਰਨਾ ਉਠਾਉਂਦਾ ਨਹੀਂ, ਉੱਠਦਾ ਹੀ ਨਹੀਂ। ਇਹ ਕਿਰਪਾ ਗੁਰਮੁਖਾਂ ਦੇ ਉੱਤੇ ਹੁੰਦੀ ਹੈ। ਸ਼ੁੱਧ ਹੋਏ ਲਹਿ ਸਵਾਦ ਨਾ ਮੋਰੋ। ਇਸ ਕਰਕੇ ਭਾਈ ਜਦੋਂ ਮਨ ਐਨ ਸ਼ੁੱਧ ਹੋ ਜਾਂਦਾ ਨਾ ਗੁਰ ਸ਼ਬਦ ਦੇ ਵਿੱਚ ਔਰ ਸ਼ਬਦ ਦੇ ਰਸ ਨੂੰ ਐਨ ਮਾਣਦਾ, ਤੇ ਫਿਰ ਕਹਿੰਦੇ ਉਸ ਨਾਮ ਰਸ ਵਿੱਚ ਮਨ ਨੂੰ ਲੱਗੇ ਰਹਿਣ ਦੇਣਾ, ਫਿਰ ਇਹਨੂੰ ਪਿੱਛੇ ਨਹੀਂ ਹਟਾਉਣਾ। ਕਈ ਵਾਰੀ ਸਿਮਰਨ ਕਰਦਿਆਂ ਮਨ ਵਿੱਚ ਰਸ ਆ ਜਾਏ, ਉੱਠਣਾ ਨਹੀਂ ਚਾਹੀਦਾ। ਸੰਤ ਬਾਬਾ ਜਰਨੈਲ ਸਿੰਘ ਜੀ ਮਾਤਾ ਸਾਹਿਬ ਦੇਵਾਂ ਜੀ ਦੇ ਸਥਾਨ 'ਤੇ, ਮਾਤਾ ਸਾਹਿਬ ਦੇਵ ਕੌਰ ਜੀ ਦੇ ਸਥਾਨ 'ਤੇ ਨਿਤਨੇਮ ਕਰ ਰਹੇ ਸਨ। ਸਮਾਧੀ ਵਿੱਚ ਬੈਠੇ ਭਾਈ ਗੁਰਦੇਵ ਸਿੰਘ ਜੀ ਸਮਾਨ ਵਾਲਿਆਂ ਨੇ, ਕਿਉਂ ਘੜੀ ਜੇਬ ਘੜੀ ਹੱਥ 'ਤੇ ਲਾਉਂਦੇ ਨਹੀਂ ਸੀ ਸੰਤ। ਜੇਬ ਘੜੀਆਂ ਹੁੰਦੀਆਂ ਸੀ ਪੁਰਾਣੇ ਸਮੇਂ ਵਿੱਚ ਜਥੇ ਦੇ ਸਿੰਘਾਂ ਕੋਲੇ। ਜੇਬ ਘੜੀ ਇਕੱਲੀ ਸੰਤਾਂ ਕੋਲੇ ਹੀ ਸੀ ਸਮਾਂ ਦੇਖਣ ਲਈ। ਭਾਈ ਗੁਰਦੇਵ ਸਿੰਘ ਨੇ ਸੋਚਿਆ ਸੰਤਾਂ ਨੂੰ ਸਮਾਂ ਪੁੱਛੀਏ ਕਿੰਨਾ ਕੁ ਹੈ। ਚੁੱਪ ਕਰ ਗਿਆ ਵੀ ਸੰਤ ਸਮਾਧੀ ਵਿੱਚ ਬੈਠੇ, ਅੱਖਾਂ ਨੇਤਰ ਬੰਦ ਹੈ। ਫਿਰ ਘੰਟੇ ਕੁ ਬਾਅਦ ਹੌਸਲਾ ਕਰਕੇ ਜਦੋਂ ਆਵਾਜ਼ ਮਾਰੀ ਨਾ, ਸੰਤਾਂ ਨੇ ਘੜੀ ਕੱਢ ਕੇ ਅੱਗੇ ਕਰਤੀ। ਅੰਮ੍ਰਿਤ ਵੇਲੇ ਦਾ 2 ਵਜੇ ਦਾ ਸਮਾਂ ਸੀ। ਜਦੋਂ ਸੰਤ ਉੱਠ ਕੇ ਬਾਹਰ ਆਏ, ਭਾਈ ਗੁਰਦੇਵ ਸਿੰਘ ਨੇ ਹੱਥ ਜੋੜ ਕੇ ਕਹਿੰਦਾ, ਮਹਾਂਪੁਰਖੋ ਮੇਰੇ ਤੋਂ ਬਹੁਤ ਵੱਗਿਆ ਹੋਈ, ਮੈਨੂੰ ਮਾਫ ਕਰ ਦਿਓ। ਸੰਤ ਕਹਿੰਦੇ, ਭਾਈ ਗੁਰਦੇਵ ਸਿੰਘਾ ਤੁਹਾਡੀ ਪਰਾ ਰੱਬ ਦੀ ਅਜੇ ਇੰਨੀ ਇਹੋ ਜਿਹੀ ਹੈ। ਉਸ ਟਾਈਮ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰ ਰਿਹਾ ਸੀ, ਮੇਰਾ ਹਿਰਦਾ ਜੁੜਿਆ ਹੋਇਆ ਸੀ। ਮਹਾਰਾਜ ਇਹ ਜਿਹੜੇ ਸਾਰੇ ਸਿੰਘ 11 ਮੇਰੇ ਨਾਲ ਸਿਮਰਨ ਕਰ ਰਹੇ, ਇਹਨਾਂ ਨੂੰ ਵੀ ਤੁਸੀਂ ਪ੍ਰਤੱਖ ਦਰਸ਼ਨ ਬਖਸ਼ ਦਿਓ, ਇਹਨਾਂ ਨੂੰ ਵੀ ਤੁਹਾਡੇ ਦਰਸ਼ਨ ਹੋ ਜਾਣ। ਇਹ ਮਨ ਦੀ ਇਕਾਗਰਤਾ ਵਿੱਚ ਜਦੋਂ ਕੋਈ ਗੁਰਮੁਖ ਬੈਠਿਆ ਹੋਵੇ, ਉਹਨੂੰ ਉਠਾਉਣਾ ਨਹੀਂ ਚਾਹੀਦਾ ਤੇ ਆਪ ਵੀ ਨਹੀਂ ਉੱਠਣਾ ਚਾਹੀਦਾ। ਜਿੰਨਾ ਚਿਰ ਮਨ ਰਸ ਲੈ ਰਿਹਾ ਗੁਰ ਸ਼ਬਦ ਦਾ, ਉਹਨੂੰ ਜੋੜੀ ਰੱਖੋ, ਉਹਨੂੰ ਹਟਾਓ ਨਾ। ਉਹਦਾ ਹੋਰ ਅਭਿਆਸ ਵਧੇਗਾ, ਹੋਰ ਉਹਦੇ ਅੰਦਰ ਤੀਬਰਤਾ ਪੈਦਾ ਹੋਵੇਗੀ। ਸੁਨ ਗੁਰ ਤੇ ਕੀਨਸ ਬਿਦ ਤੈਸੇ। ਕਿਉਂ ਸਤਿਗੁਰੂ ਜੀ ਤੋਂ ਸੁਣ ਕੇ ਉਪਦੇਸ਼ ਭਾਈ ਸਾਈਂ ਦਾਸ ਜੜੀਆ ਨੇ ਉਵੇਂ ਹੀ ਕਮਾਉਣਾ ਕੀਤਾ ਹੈ। ਸਨੇ ਸਨੇ ਮਨ ਬਸ ਹੋਏ ਜੈਸੇ। ਹੌਲੇ ਹੌਲੇ ਵੀ ਮਨ ਇਹ ਬਸ ਵਿੱਚ ਹੋ ਜਾਏ। ਗੁਰਮੁਖ ਕਰ ਲੈਂਦੇ ਆ ਗੁਰ ਸ਼ਬਦ ਦੇ ਆਸਰੇ ਭਾਈ। ਆਪਾ ਨਹਿ ਜਨਾਏ ਗੁਰ ਆਗੇ। ਮਨ ਵਸਾਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਜਦੋਂ ਪੂਰੀ ਕਿਰਪਾ ਹੋ ਜਾਏ ਫਿਰ ਗੁਰੂ ਨੂੰ ਨਹੀਂ ਦੱਸਦੇ ਫਿਰਨਾ, ਗੁਰੂ ਦੇ ਅੱਗੇ ਨਹੀਂ ਜਣਾਉਣਾ। ਗੁਰੂ ਦੇ ਅੱਗੇ ਤਾਂ ਪੂਰੀ ਨਿਮਰਤਾ ਹੀ ਰੱਖਣੀ ਹੈ ਕਿ ਇੱਥੋਂ ਹੀ ਸਾਰੀਆਂ ਦਾਤਾਂ ਮਿਲੀਆਂ, ਬਖਸ਼ਿਸ਼ਾਂ ਹੋਈਆਂ। ਨਿਸ ਦਿਨ ਰਹੇ ਸੇਵ ਮਹਿ ਲਾਗੇ। ਰਾਤ ਦਿਨ ਸੇਵਾ ਵਿੱਚ ਦੇਖੋ, ਐਡੀਆਂ ਐਡੀਆਂ ਪਦਵੀਆਂ ਨੂੰ ਪਾ ਕੇ ਗੁਰਸਿੱਖ ਸੇਵਾ ਵਿੱਚ ਲੱਗੇ ਰਹੇ। ਧੰਨ ਬਾਬਾ ਠਾਕਰ ਸਿੰਘ ਜੀ ਮਹਾਂਪੁਰਖ, ਕਿੰਨੀ ਕਮਾਈ ਸੀ ਸਾਧ ਸੰਗਤ ਜੀ। ਝੱਟ ਸੇਵਾ ਨੂੰ ਲੱਗਣ ਲੱਗਿਆ ਢਿੱਲ ਨਹੀਂ ਕਰਦੇ ਸਨ। ਝਾੜੂ ਫੇਰਨ ਲੱਗ ਜਾਂਦੇ, ਬਰਤਨ ਮਾਂਜਣ ਲੱਗ ਜਾਂਦੇ। ਮੈਂ ਹੈਰਾਨ ਰਹਿ ਗਿਆ, ਅਮਰੀਕਾ ਵਿੱਚ ਕਈ ਸਿੰਘਾਂ ਦੇ ਸਿਰ ਦੇ ਵਿੱਚ ਤੇਲ ਧੱਕੇ ਨਾਲ ਕੋਲੇ ਬਿਠਾ ਕੇ ਆਪ ਲਾਉਣ ਲੱਗ ਜਾਂਦੇ ਸਨ। ਐਡੀ ਅਵਸਥਾ, ਇੰਨੀ ਨਿਮਰਤਾ। ਆਪਣੇ ਤਾਂ ਕਈ ਵਾਰੀ ਕਹਿੰਦੇ ਹਮ ਗਿਆਨੀ ਬਣ ਗਏ, ਹਮ ਰਾਗੀ ਬਣ ਗਏ, ਹੁਣ ਦੇਗ ਹਮ ਕਿਉਂ ਵਰਤਾਏ। ਅਸੀਂ ਵੱਡੇ ਹੋ ਗਏ ਹਾਂ, ਅਸੀਂ ਕਿਉਂ ਭਾਂਡੇ ਮਾਂਜੀਏ, ਅਸੀਂ ਕਿਉਂ ਲੰਗਰ ਵਰਤਾਈਏ। ਧੰਨ ਇਹੋ ਜਿਹੇ ਸਤਿਪੁਰਸ਼ ਗੁਰਮੁਖ ਆਤਮਾਵਾਂ ਜਿਹੜੇ ਪਰਮ ਪਦ ਨੂੰ ਵੀ ਪਾ ਕੇ ਸੇਵਾ ਸਿਮਰਨ ਨਹੀਂ ਉਹਨਾਂ ਨੇ ਛੱਡਿਆ। ਇਸ ਕਰਕੇ ਮਹਾਰਾਜ ਕਹਿੰਦੇ ਵੀ ਰਾਤ ਦਿਨ ਸੇਵਾ ਵਿੱਚ ਲੱਗਾ ਰਹੇ, ਰਾਤ ਦਿਨ ਅਭਿਆਸ ਵਿੱਚ ਲੱਗਾ ਰਹੇ, ਨਹੀਂ ਤਾਂ ਇਹ ਅਵਸਥਾ ਢਿੱਲੀ ਪੈ ਜਾਂਦੀ ਹੈ। ਏਮ ਸ਼੍ਰੀ ਗੁਰ ਅੰਮ੍ਰਿਤਸਰ ਮਾਹੀ। ਕਿਉਂ ਸਤਿਗੁਰੂ ਜੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਿੱਖਨ ਕੋ ਉਪਦੇਸ਼ ਕਰਾਹੀ। ਸਿੱਖਾਂ ਨੂੰ ਸੇਵਾ ਸਿਮਰਨ ਦਾ ਉਪਦੇਸ਼ ਦੇ ਕੇ ਉਹਨਾਂ ਦੀ ਕਲਿਆਣ ਕਰ ਰਹੇ ਹਨ, ਉਹਨਾਂ ਦਾ ਉਧਾਰ ਕਰ ਰਹੇ ਹਨ। ਇਹ ਬਖਸ਼ਿਸ਼ਾਂ ਮੇਰੇ ਸਤਿਗੁਰੂ ਜੀ ਕਰ ਰਹੇ ਆ। ਸਮਾਂ ਅੱਗੇ ਜਾਣ ਦੀ ਆਗਿਆ ਨਹੀਂ। ਸ਼ਾਮ ਦੇ 2 ਦੀਵਾਨ ਹੋਰ ਰਹਿ ਗਏ ਆ, ਕੱਲ੍ਹ ਦਾ ਤੇ ਪਰਸੋਂ ਦਾ। 6 ਤਰੀਕ ਨੂੰ ਦਿਨ ਦਾ ਸ਼ਹੀਦੀ ਸਮਾਗਮ ਹੋਏਗਾ। ਜਿੰਨੀਆਂ ਵੀ ਤੁਸੀਂ ਸੰਗਤਾਂ ਆਏ ਹੋ, ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਸਾਰੇ ਮਹਾਂਪੁਰਖਾਂ ਦਾ, ਆਏ ਪਤਵੰਤਿਆਂ ਦਾ ਬਹੁਤ ਬਹੁਤ ਧੰਨਵਾਦ। ਵਿਸ਼ੇਸ਼ ਤੌਰ 'ਤੇ ਸੰਤ ਬਾਬਾ ਬੁੱਧ ਸਿੰਘ ਜੀ ਨਿੱਕੇ ਘੁੰਮਣਾ ਵਾਲੇ ਮਹਾਂਪੁਰਖ ਪਹੁੰਚੇ। ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦਾ।
ਬਾਕੀ ਸ਼੍ਰੀ ਮੁਖਵਾਕ ਤੋਂ ਉਪਰੰਤ ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਜੀ ਸਾਰੇ ਮਹਾਂਪੁਰਖਾਂ ਦਾ ਪਤਵੰਤਿਆਂ ਦਾ ਸਨਮਾਨ ਕਰਨਗੇ। ਆਪ ਨਾਮ ਲੈ ਕੇ ਅਗਲਾ ਪ੍ਰੋਗਰਾਮ ਵੀ ਦੱਸਣਗੇ। ਆਪਾਂ ਹੁਣ ਕਥਾ ਦੀ ਇੱਥੇ ਸਮਾਪਤੀ ਕਰੀਏ। ਦੇਗ ਲੈਣ ਤੋਂ ਉਪਰੰਤ ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਛਕ ਕੇ ਫੇਰ ਘਰਾਂ ਨੂੰ ਜਾਣਾ। ਇਹ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਏਮ ਸ਼੍ਰੀ ਗੁਰ ਅੰਮ੍ਰਿਤ ਸਰ ਮਾਹੀ, ਸਿੱਖਨ ਕੋ ਉਪਦੇਸ਼ ਕਰਾਹੀ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।